ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ, ਮੇਰੇ ਨਾਲ ਸਿਆਸੀ ਮਾਹਰ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਕਿਸਾਨਾਂ ਦਾ ਮਸਲਾ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਿਆ ਹੈ। ਗੁਪਤ ਇੱਕ ਰਿਪੋਰਟ ਜਿਹੜੀ ਹੈ ਬਣਾ ਕੇ ਸੁਪਰੀਮ ਕੋਰਟ ਦੀ ਕਮੇਟੀ ਨੇ ਸੁਪਰੀਮ ਕੋਰਟ ਦੇ ਵਿੱਚ ਸੌਂਪ ਦਿੱਤੀ ਹੈ। ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ, ਪਰ ਕਿਸਾਨ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਇਸ ਕਮੇਟੀ ਦੇ ਅੱਗੇ ਨਾ ਪੇਸ਼ ਹੋਏ ਆ, ਨਾ ਹੋਣਾ, ਨਾ ਹੀ ਸਾਨੂੰ ਇਹਦਾ ਫੈਸਲਾ ਕੋਈ ਮਨਜ਼ੂਰ ਹੋਵੇਗਾ। ਫਿਰ ਵੀ ਬਾਰ-ਬਾਰ ਇਸ ਪਾਸੇ ਵੱਲ ਨੂੰ ਕਿਉਂ ਧੱਕਿਆ ਜਾ ਰਿਹਾ? ਕਿਸਾਨਾਂ ਨੂੰ ਬੀਜੇਪੀ ਵੀ ਇਹ ਗੱਲ ਕਹਿ ਦਿੰਦੀ ਹੈ ਕਿ ਜੇ ਕੋਈ ਇਤਰਾਜ਼ ਹੈ ਤੁਸੀਂ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਗੱਲ ਕਰੋ, ਸੁਪਰੀਮ ਕੋਰਟ 'ਚ ਪੱਖ ਰੱਖੋ। ਕੀ ਕਿਸੇ ਕਾਨੂੰਨੀ ਦਾਅ ਪੇਚ ਦੇ ਜ਼ਰੀਏ ਕਿਸਾਨੀ ਅੰਦੋਲਨ ਨੂੰ ਖਿੰਡਾਉਣ ਦੇ ਲਈ ਜਾਂ ਇਸ ਅੰਦੋਲਨ ਨੂੰ ਖਤਮ ਕਰਨ ਦੇ ਲਈ ਸਰਕਾਰ ਪੱਬਾਂ ਭਾਰ ਹੈ, ਜਾਂ ਕੁਝ ਅੰਦਰ ਖਾਤੇ ਕੀ ਚੱਲ ਰਿਹਾ? ਦੂਜਾ ਇਹ ਕਿ ਕਿਸਾਨਾਂ ਦੀ ਜਿਹੜੀ ਫਸਲ ਦੀ ਅਦਾਇਗੀ ਹੈ ਉਹ ਕਹਿੰਦੇ ਸਿੱਧੀ ਖਾਤਿਆਂ ਵਿੱਚ ਪਾਉਣੀ ਹੈ, ਪਰ ਕਿਸਾਨ ਕਹਿੰਦੇ ਅਸੀਂ ਸਿੱਧੀ ਖਾਤਿਆਂ ਦੇ ਵਿੱਚ ਨਹੀਂ ਲੈ ਸਕਦੇ ਕਿਉਂਕਿ ਬਹੁਤ ਮਜਬੂਰੀਆਂ ਨੇ। ਕੋਈ ਠੇਕੇ ਤੇ ਖੇਤੀ ਲੈ ਰਿਹਾ ਜਾਂ ਹੋਰ ਵੀ ਬੜੀ ਮਜਬੂਰੀਆਂ ਨੇ। ਉਹ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਸਰਕਾਰ ਇਸ ਜ਼ਿੱਦ ਉੱਤੇ ਕਿਉਂ ਅੜੀ ਹੋਈ ਹੈ। ਆੜਤੀਆਂ ਦਾ ਵੀ ਮਸਲਾ ਉਹਦੇ ਵਿੱਚ ਆ ਜਾਂਦਾ। ਉਹ ਵੀ ਕਹਿੰਦੇ ਨੇ, ਹੁਣ ਬੀਜੇਪੀ ਦੇ ਆਪਣੇ ਲੀਡਰ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਕੇਂਦਰ ਨਾਲ ਗੱਲ ਕਰਾਂਗੇ, 1 ਸਾਲ ਦਾ ਜਿਹੜਾ ਸਮਾਂ ਦੇਣਾ ਚਾਹੀਦਾ ਪੰਜਾਬ ਨੂੰ। ਪਰ ਪਿਊਸ਼ ਗੋਇਲ ਸਾਹਿਬ ਚਿੱਠੀ ਲਿਖ ਕੇ ਕਹਿ ਰਹੇ ਨੇ ਕਿ ਨਹੀਂ, ਜਲਦ ਤੋਂ ਜਲਦ ਇਹਨੂੰ ਲਾਗੂ ਕਰ ਦਿਓ, ਮਤਲਬ ਕਿ ਕਾਨੂੰਨ ਬਣਾਇਆ ਤੇ ਲਾਗੂ ਕਰ ਦਿਓ। ਸਮਝਿਆ ਨਹੀਂ ਜਾ ਰਿਹਾ ਕਿ ਜ਼ਮੀਨੀ ਹਕੀਕਤ ਕੀ ਹੈ। ਅਸੀਂ ਡਾਕਟਰ ਸਾਹਿਬ ਤੋਂ ਇਹ ਜਾਣਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਪੰਜਾਬਿਸਤਾਨ ਟੀਵੀ ਤੇ। ਸ਼ੁਕਰੀਆ ਜੀ, ਬਹੁਤ ਬਹੁਤ ਜੀ ਧੰਨਵਾਦ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਆਪਾਂ ਇਸ ਕਾਨੂੰਨੀ ਜਿਹੜਾ ਦਾਅ ਪੇਚ ਜਿਹੜਾ ਖੇਡਿਆ ਜਾ ਰਿਹਾ ਉਹਦੇ ਉੱਤੇ ਆਈਏ ਕਿ ਇਹੋ ਜੀ ਕਿਹੜੀ ਕਾਹਲ ਹੈ ਕਿ ਜਦੋਂ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਖੇਤੀ ਕਾਨੂੰਨ ਨਹੀਂ ਚਾਹੀਦੇ, ਉਹ ਰੱਦ ਨਹੀਂ ਕਰਦੇ। ਜਦੋਂ ਕਿਸਾਨ ਕਹਿ ਰਹੇ ਨੇ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਨਹੀਂ ਜਾਣਾ, ਸਾਡੇ ਨਾਲ ਗੱਲਬਾਤ ਬਹਿ ਕੇ ਸਰਕਾਰ ਕਰੇ, ਬਿੱਲ ਸਰਕਾਰ ਨੇ ਬਣਾਏ ਨੇ, ਸਰਕਾਰ ਗੱਲਬਾਤ ਕਰੇ, ਅਸੀਂ ਮਸਲੇ ਉੱਤੇ ਗੱਲ ਕਰਾਂਗੇ। ਫਿਰ ਵਾਰ-ਵਾਰ ਕਿਉਂ ਕਾਨੂੰਨੀ ਦਾਅ ਪੇਚ ਦੇ ਵਿੱਚ ਉਲਝਾਇਆ ਜਾ ਰਿਹਾ? ਦੇਖੋ, ਗੱਲ ਇਹ ਹੈ ਸੁਖਿੰਦਰ ਜੀ, ਜੇ ਤਾਂ ਸਰਕਾਰ ਹੋਵੇ ਲੋਕਾਂ ਵਾਸਤੇ, ਜਾਂ ਉਹਦਾ ਕੋਈ ਨੱਕ ਨਮੂਦ ਹੋਵੇ, ਜਾਂ ਉਹ ਕੋਈ ਰਾਜ ਧਰਮ ਨਿਭਾਉਂਦੀ ਹੋਵੇ, ਫਿਰ ਉਹ ਇੱਕ ਇਨਸਾਫ ਪਸੰਦ ਤਰਕ ਸੰਗਤ ਗੱਲਾਂ ਕਰਦੀ ਹੈ ਨਿਯਮ ਕਾਨੂੰਨ ਦੇ ਅਨੁਸਾਰ। ਅੱਜ ਜਿਹੜੇ ਸਾਡੇ ਹੁਕਮਰਾਨ ਨੇ ਉਹ ਬੜੇ ਹੀ ਹੰਕਾਰ ਦੇ ਭਰੇ ਹੋਏ ਔਰ ਬੜੇ ਹੀ ਜਿੱਦੀ ਟਾਈਪ, ਤੇ ਬਿਨਾਂ ਇਹ ਸੋਚੇ ਕਿ ਇਹਦਾ ਦੇਸ਼ ਨੂੰ ਕੀ ਨੁਕਸਾਨ ਹੋਗਾ, ਕਿਉਂਕਿ ਦੇਸ਼ ਮੈਨੂੰ ਲੱਗਦਾ ਉਹਨਾਂ ਦਾ ਕੋਈ ਕੰਸਰਨ ਨਹੀਂ ਹੈ। ਉਹ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ, ਜੇ ਲੱਖਾਂ ਕਿਸਾਨ ਉੱਥੇ ਬਾਰਡਰ ਤੇ ਬੈਠੇ ਨੇ ਔਰ ਉਹਦੇ ਚੋਂ 400 ਦੇ ਕਰੀਬ ਬੰਦਿਆਂ ਦੀ ਸ਼ਹੀਦੀ ਵੀ ਹੋ ਚੁੱਕੀ ਹੈ, ਉਹਨਾਂ ਨੂੰ ਤਾਂ ਕੋਈ ਕੇਂਦਰ ਸਰਕਾਰ ਦੇ ਜਰਾ ਕੰਨ ਤੇ ਜੂੰ ਨਹੀਂ ਸਰਕਦੀ, ਉਹਨੂੰ ਕੋਈ ਸ਼ਰਮ ਨਹੀਂ ਆ ਰਹੀ ਵੀ ਯਾਰ ਐਡਾ ਮੁਲਕ ਹੀ ਆ ਸਾਡੇ ਉਲਟ ਬੈਠਾ ਹੈ, ਘੱਟੋ ਘੱਟ ਗੱਲ ਤਾਂ ਸੁਣੀਏ। ਘਰ ਦਾ ਜਵਾਕ ਵੀ ਰੁੱਸ ਜੇ, ਆਪਾਂ ਜਾ ਕੇ ਚਾਹੇ ਉਹਦਾ ਕਸੂਰ ਵੀ ਹੋਵੇ ਤਾਂ ਵੀ ਉਹਨੂੰ ਪੁੱਛਦੇ ਹਾਂ। ਸੋ ਇਸ ਕਰਕੇ ਜਿਹੜਾ ਇਹਨਾਂ ਦਾ ਵਤੀਰਾ ਹੈ ਉਹ ਵਤੀਰਾ ਬੜਾ ਹੈਂਕੜਵਾਜ ਹੈ। ਮੈਂ ਤਾਂ ਕਹਾਂਗਾ ਉਹ ਹਿਟਲਰਸ਼ਾਹੀ ਵਤੀਰਾ ਹੈ। ਤੇ ਹੁਣ ਫਿਰ ਉਹਨਾਂ ਨੇ ਦੂਜਾ ਤਰੀਕਾ ਕੀ ਲੱਭ ਲਿਆ? ਦੂਜਾ, ਸਾਡੇ ਜਿਹੜੇ ਅਸੀਂ ਇੱਕ ਨੋਰਮ ਨੇ, ਜਿਵੇਂ ਕਿਸੇ ਡਾਕਟਰ ਤੋਂ ਜੇ ਕੋਈ ਮਰੀਜ਼ ਕਹਿ ਦੇ ਕਿ ਮੈਂ ਇਲਾਜ ਨਹੀਂ ਕਰਾਉਣਾ, ਤਾਂ ਉਹ ਡਾਕਟਰ ਨੂੰ ਕਹਿ ਦੇਣਾ ਚਾਹੁੰਦਾ ਕਿ ਠੀਕ ਹੈ ਜੀ, ਮੈਂ ਨਹੀਂ ਇਹਦਾ ਇਲਾਜ ਕਰਦਾ, ਕਿ ਉਹਨੂੰ ਵਿਸ਼ਵਾਸ ਹੀ ਨਹੀਂ ਹੈ ਮੇਰੇ ਤੇ। ਇੱਦਾਂ ਹੀ ਜੇ ਕੋਰਟ ਦੇ ਵਿੱਚ ਕਿਸੇ ਜੱਜ ਨੂੰ ਕਹਿ ਦਿੱਤਾ ਜਾਵੇ ਕਿ ਜੀ ਅਸੀਂ ਇਹਦੇ ਤੋਂ ਨਹੀਂ ਇਨਸਾਫ ਲੱਗਦਾ ਸਾਨੂੰ ਮਿਲਣਾ, ਕਾਰਨ ਤਾਂ ਦੱਸਣੇ ਪੈਣਗੇ, ਪਰ ਉਹ ਜੱਜ ਸਾਹਿਬ ਜਾਂ ਤਾਂ ਆਪ ਹੀ ਰਿਕਿਊਜ਼ ਕਰ ਜਾਂਦੇ ਨੇ, ਜਾਂ ਫਿਰ ਕਾਰਨ ਦੱਸੇ ਤੋਂ ਉਹਦਾ ਕੇਸ ਟ੍ਰਾਂਸਫਰ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜੇ ਕੋਈ ਸਾਜ਼ਿਸ਼ ਹੋਵੇ, ਉਹ ਸਾਜ਼ਿਸ਼ ਦੋਨਾਂ ਧਿਰਾਂ ਨੂੰ ਜਿੰਨਾ ਚਿਰ ਮਨਜ਼ੂਰ ਨਾ ਹੋਵੇ ਉਹਨਾਂ ਚਿਰ ਉਹਨੂੰ ਸਾਜ਼ਿਸ਼ ਮੰਨਿਆ ਹੀ ਨਹੀਂ ਜਾ ਸਕਦਾ। ਇਹ ਜਿਹੜੀ ਕਮੇਟੀ ਹੈ ਇੱਕ ਕਿਸਮ ਦੀ ਸਾਜ਼ਿਸ਼ ਹੀ ਹੈ ਨਾ, ਵੀ ਰਿਪੋਰਟ ਦੇਗੀ ਕਿਹਨੂੰ ਕੀ ਚਾਹੀਦਾ, ਕੀ ਹੈ, ਕੀ ਗਲਤ ਹੈ, ਕੀ ਠੀਕ ਹੈ। ਪਹਿਲੀ ਗੱਲ ਤਾਂ ਸਾਜ਼ਿਸ਼ ਹਮੇਸ਼ਾ ਨਿਰਪੱਖ ਹੋਣਾ ਚਾਹੀਦਾ ਹੈ। ਜੇ ਸਾਜ਼ਿਸ਼ ਇੱਕ ਪਾਸੇ ਤਿੰਨੇ ਬੰਦੇ, 4 ਬੰਦੇ ਸੀ, ਮਾਨ ਸਾਹਿਬ ਤਾਂ ਛੱਡ ਹੀ ਗਏ ਸੀਗੇ, ਉਹ ਵੀ ਵੈਸੇ ਪਹਿਲਾਂ ਇਹਨਾਂ ਕਾਨੂੰਨਾਂ ਦੀ ਸਪੋਰਟ ਹੀ ਕਰ ਰਹੇ ਸੀ। ਜੇ ਤਿੰਨੇ ਬੰਦੇ ਸਿਧਾਂਤਕ ਤੌਰ ਦੇ ਉੱਤੇ, ਫਲਸਫੇ ਦੇ ਤੌਰ ਦੇ ਉੱਤੇ, ਕਾਨੂੰਨ ਦੇ ਤੌਰ ਦੇ ਉੱਤੇ, ਅਰਥਚਾਰੇ ਦੇ ਤੌਰ ਦੇ ਉੱਤੇ, ਖੇਤੀ ਦੇ ਮਾਡਲ ਦੇ ਤੌਰ ਦੇ ਉੱਤੇ ਇਹਨਾਂ ਕਾਨੂੰਨਾਂ ਦੀ ਪ੍ਰੋੜਤਾ ਕਰਦੇ ਨੇ, ਤਾਂ ਉਹਨਾਂ ਨੂੰ ਇਸ ਬਾਰੇ ਰਿਪੋਰਟ ਦੇਣ ਦਾ ਤਾਂ ਕੋਈ ਅਧਿਕਾਰ ਨਹੀਂ, ਕਿ ਉਹਨਾਂ ਦਾ ਰਿਪੋਰਟਾਂ ਤਾਂ ਜੱਗ ਜ਼ਾਹਰ ਨੇ। ਉਹ ਤਾਂ ਅਖਬਾਰਾਂ ਦੇ ਵਿੱਚ, ਪ੍ਰੋਫੈਸ਼ਨਲ ਰਸਾਲਿਆਂ ਦੇ ਵਿੱਚ, ਜਿਹਨੂੰ ਅਸੀਂ ਆਪਣੇ ਜਰਨਲ ਕਹਿੰਦੇ ਹਾਂ, ਅਰਥ ਸ਼ਾਸਤਰ ਦੇ ਜਰਨਲਾਂ ਦੇ ਵਿੱਚ, ਐਗਰੀਕਲਚਰ ਦੇ ਜਰਨਲ, ਜਦੋਂ ਥਾਂ ਥਾਂ ਤੇ ਛਪੀਆਂ ਹੋਈਆਂ ਨੇ। ਜਦ ਉਹਨਾਂ ਦਾ ਵਿਚਾਰ ਸਾਨੂੰ ਪਹਿਲਾਂ ਹੀ ਪਤਾ ਹੈ ਕਿ ਜੀ ਤਾਂ ਇਹ ਕਰਨਗੇ, ਤੇ ਫਿਰ ਉਹਨਾਂ ਨੂੰ ਆਪ ਹੀ ਨਹੀਂ ਆਉਣਾ ਚਾਹੀਦਾ ਸੀ। ਇਹਦਾ ਮਤਲਬ ਇਹ ਹੈ ਵੀ ਉਹ ਇੰਨੇ ਬਜਿੱਦ ਨੇ ਵੀ ਕੋਈ ਨਹੀਂ, ਅਸੀਂ ਤਾਂ ਹੀ ਕਰਾਂਗੇ। ਹਾਲਾਂਕਿ ਮੈਂ ਕਹਾਂਗਾ ਵੀ ਜਿਹੜਾ ਬੰਦਾ ਵੱਡੇ ਕੱਦ ਦਾ ਹੁੰਦਾ ਹੈ, ਜੇ ਉਹ ਐਡੇ ਵੱਡੇ ਅਰਥ ਸ਼ਾਸਤਰੀ ਹੈਗੇ ਨੇ, ਮੈਨੂੰ ਨਹੀਂ ਪਤਾ, ਮੈਂ ਨਹੀਂ ਉਹਨਾਂ ਨੂੰ ਨਾ ਛੋਟੇ ਕਹਾਂ ਨਾ ਵੱਡੇ ਕਹਾਂ, ਪਰ ਉਹਨਾਂ ਨੇ ਜੋ ਕਰਕੇ ਕਿ ਅਸੀਂ ਤਾਂ ਜ਼ਰੂਰ ਗੱਲ ਕਰਾਂਗੇ, ਅਸੀਂ ਤਾਂ ਕਮੇਟੀ ਸਾਡੀ ਬਣਾਤੀ, ਉਹਨਾਂ ਨੇ ਆਪਦੇ ਆਪ ਦਾ ਛੋਟਾਪਨ ਜ਼ਰੂਰ ਦਿਖਾਤਾ ਵੀ ਤੁਸੀਂ ਜਿੱਦ ਕਰ ਵਾਸਤੇ ਕਰਦੇ, ਤੁਸੀਂ ਕੀ ਲੈਣਾ ਬਈ? ਸਰਕਾਰ ਦੀ ਕਿਸਾਨਾਂ ਦੀ ਲੜਾਈ ਹੈ, ਤੁਸੀਂ ਸੁਪਰੀਮ ਕੋਰਟ ਨੇ ਤੁਹਾਨੂੰ ਬਣਾਤਾ, ਮੰਨ ਲਿਆ, ਚਲੋ ਤੁਸੀਂ ਸੁਪਰੀਮ ਕੋਰਟ ਨੂੰ ਬੇਨਤੀ ਕਰਦੇ ਕਿ ਜੀ ਮੈਨੂੰ ਨਾ ਵਿੱਚ ਪਾਓ।
ਮੇਰੇ ਨਾਲ 20 ਵਾਰੀ ਹੋਈ ਹੈ। ਕਈ ਜੀ, ਐਸੇ ਮਸਲੇ ਆਉਂਦੇ ਸੀ, ਸਰਕਾਰ ਮੈਨੂੰ ਕਿਸੇ ਕਮੇਟੀ 'ਚ ਪਾਉਂਦੀ ਸੀ, ਮੈਂ ਕਹਿੰਦਾ ਜੀ ਮੈਨੂੰ ਨਾ ਇਹਦੇ ਵਿੱਚ ਪਾਓ, ਕਿਉਂਕਿ ਮੈਂ ਇਹ ਗੱਲ ਨਾਲ ਸਹਿਮਤ ਨਹੀਂ ਦੋਨੇ ਧਿਰਾਂ ਨਾਲ, ਮੇਰਾ ਪਤਾ ਨਹੀਂ ਕਿਹਾ, ਇਸ ਕਰਕੇ ਮੈਨੂੰ ਨਾ ਹੀ ਪਾਓ। ਸੋ ਜਿਹੜਾ ਬੰਦਾ ਮਾੜਾ ਮੋਟਾ ਵੀ ਸੱਚਾ ਸੁੱਚਾ, ਮਾੜਾ ਮੋਟਾ ਵੀ ਅਕਾਦਮਿਕ ਤੌਰ ਦੇ ਉੱਤੇ ਆਪਦੀ ਆਤਮਾ ਨੂੰ ਜਵਾਬਦੇਹ ਹੈ, ਲੋਕਾਂ ਨੂੰ ਨਾ ਹੋਵੇ, ਆਪਦੀ ਆਤਮਾ ਨੂੰ ਤਾਂ ਜਵਾਬਦੇਹ ਹੋਣਾ ਚਾਹੀਦਾ, ਉਹ ਬੰਦਾ ਕਦੇ ਵੀ ਇਹੋ ਜਿਹੀ ਕਮੇਟੀ 'ਚ ਆਉਂਦਾ ਨਹੀਂ। ਉਹ ਬੇਨਤੀ ਕਰਕੇ, ਰਿਕੁਐਸਟ ਕਰਕੇ ਉਸ ਤੋਂ ਬਾਹਰ ਨਿਕਲ ਜਾਂਦਾ ਹੈ। ਇਹਨਾਂ ਨੇ ਜਿੱਦ ਰੱਖੀ ਵੈਸੇ, ਇਹਦਾ ਮਤਲਬ ਜਿੱਦ ਰੱਖਣ ਦਾ ਮਤਲਬ ਸਿੱਧਾ ਹੀ ਇਹ ਹੈ ਵੀ ਇਹਨਾਂ ਨੇ ਕਿਸਾਨਾਂ ਦੇ ਉਲਟ ਰਿਪੋਰਟ ਦੇਣੀ ਹੈ। ਹੁਣ ਕੋਈ ਕਹੂਗਾ ਲੋ ਜੀ ਐਂ ਕਿਵੇਂ ਹੋ ਸਕਦਾ, ਰਿਪੋਰਟ ਉਲਟ ਦੇਣਾ ਐ ਨਹੀਂ ਹੁੰਦਾ, ਸਿੱਧਾ ਕਹਿਣ ਵੀ ਕਾਨੂੰਨ ਸਾਰੇ ਠੀਕ ਨੇ ਜੀ, ਇਹਨਾਂ 'ਚ ਕੋਈ ਨੁਕਸ ਨਹੀਂ ਹੈ, ਇਹ ਲਾਗੂ ਹੋਣੇ ਚਾਹੀਦੇ, ਐਂ ਨਹੀਂ ਕਹਿਣਗੇ ਜੀ। ਉਹ ਉਹਦਾ ਐਡਾ ਵੱਡਾ ਥਿਓਰੀਟੀਕਲ ਬੇਸ ਬੁਣਨਗੇ। ਹਾਲਾਂਕਿ ਆਪਾਂ ਰਿਪੋਰਟ ਨਹੀਂ ਦੇਖੀ, ਮੈਂ ਤੁਹਾਨੂੰ ਅੱਜ ਦੱਸ ਦਿੰਦਾ ਵੀ ਖੇਤੀ 'ਚ ਆਹ ਹਾਲ ਹੈ, ਕਿਸਾਨ ਐ ਸੁਈਸਾਈਡ ਕਰਦੇ ਨੇ, ਸਾਡੀ ਉਪਜ ਦਾ ਆਹ ਹਾਲ ਹੈ, ਬੜੇ ਅੰਕੜੇ ਦੇ ਦੇਣੇ ਨੇ ਇਹਨਾਂ ਨੇ, ਅੰਕੜਿਆਂ 'ਚ ਇੰਨਾ ਜਾ ਦੇਣਾ। ਆ ਜੋੜਦੇ ਨਾ ਨੀਤੀ ਆਯੋਗ ਵਾਲਿਆਂ ਦਾ ਵੀ ਬਿਆਨ ਜਿਹੜਾ ਸਾਹਮਣੇ ਆਇਆ ਰਮੇਸ਼ ਚੰਦ ਦਾ, ਉਹ ਵੀ ਸਿੱਧੀ ਪ੍ਰੋੜਤਾ ਕਰ ਰਹੇ ਨੇ ਕਿ ਕਿਸਾਨਾਂ ਦੀ ਦੁੱਗਣੀ ਕਰਨ ਦੇ ਲਈ। ਨੀਤੀ ਪ੍ਰੋੜਤਾ ਤੁਸੀਂ ਸੁਣੀ, ਆਪਾਂ ਕੱਲ ਪਿੱਛੇ ਵੀ ਗੱਲ ਕਰੀ ਸੀ, ਜੇ ਨੀਤੀ ਆਯੋਗ ਤਾਂ ਕਰ ਹੀ ਰਿਹਾ ਹੈ, ਪਰ ਜਿਹੜੀ ਇਹ ਕਮੇਟੀ ਹੈ, ਕਮੇਟੀ ਤੇ ਨੀਤੀ ਆਯੋਗ ਦਾ ਫਰਕ ਹੈ। ਨੀਤੀ ਆਯੋਗ ਤਾਂ ਸਰਕਾਰ ਦਾ ਇੱਕ, ਮੈਂ ਕਹਾਂਗਾ, ਏਜੰਟ ਬਣਿਆ ਹੋਇਆ। ਨੀਤੀ ਆਯੋਗ ਦੀ ਕੋਈ ਆਜ਼ਾਦੀ ਨਹੀਂ ਅੱਜ। ਹਮੇਸ਼ਾ ਅੱਗੇ ਕਿਸੇ ਜ਼ਮਾਨੇ ਦੇ ਵਿੱਚ ਐਸੇ ਢੀਂਗ ਬੰਦੇ ਪੈ ਰਹੇ ਨੇ ਜਿਹੜੇ ਪ੍ਰਾਈਮ ਮਿਨਿਸਟਰ ਵੀ ਨਾ ਕਰ ਸਕਦੇ ਸੀ, ਹੁਣ ਤਾਂ ਬਾਬੂ ਨੂੰ ਨਾ ਨਹੀਂ ਕਰ ਸਕਦੇ। ਹੁਣ ਇਹਨਾਂ ਨੂੰ ਆਪਾਂ ਨੀਤੀ ਆਯੋਗ ਆਏ ਨਾ ਮੰਨੀਏ ਵੀ ਕੋਈ ਵੱਡੇ ਬੰਦੇ ਨੇ, ਇਹਨਾਂ ਦੀ ਪੜ੍ਹਾਈ ਜ਼ਿਆਦਾ ਹੋ ਸਕਦੀ ਹੈ, ਇਹਨਾਂ ਦੇ ਅਹੁਦੇ ਵੱਡੇ ਹੋ ਸਕਦੇ ਨੇ, ਇਹਨਾਂ ਨੂੰ ਹੋ ਸਕਦਾ ਕੋਈ ਇਨਾਮ ਵੀ ਇੰਟਰਨੈਸ਼ਨਲ ਲੈਵਲ ਤੇ ਮਿਲੇ ਹੋਣ, ਇਹਨਾਂ ਦਾ ਗਿਆਨ ਵੀ ਬਹੁਤ ਸਾਰਾ ਹੋ ਸਕਦਾ ਹੈ, ਪਰ ਇਹ ਇਨਸਾਨ ਦੇ ਤੌਰ ਤੇ, ਬੁੱਧੀਜੀਵੀ ਦੇ ਤੌਰ ਤੇ ਇਹਨਾਂ ਨੇ ਆਪਣੇ ਆਪ ਨੂੰ ਕਦੇ ਇਹ ਸਾਬਤ ਨਹੀਂ ਕਰਿਆ ਕਿ ਅਸੀਂ ਇੰਡੀਪੈਂਡੈਂਟ, ਅਸੀਂ ਆਜ਼ਾਦ ਸੋਚ ਦੇ ਮਾਲਕ ਹਾਂ। ਮੈਂ ਕਹਿੰਦਾ ਆਜ਼ਾਦ ਸੋਚੋ ਸਰਕਾਰ ਦੇ ਹੱਕ 'ਚ ਵੀ ਹੋ ਸਕਦੇ ਨੇ, ਪਰ ਸੋਚ ਤਾਂ ਆਜ਼ਾਦ ਹੋਵੇ ਨਾ। ਸੋ ਨੀਤੀ ਆਯੋਗ ਦੀ ਤਾਂ ਆਪਾਂ ਗੱਲ ਹੀ ਛੱਡੀਏ। ਨੀਤੀ ਆਯੋਗ ਦਾ ਇੱਕ ਮਹਿਕਮਾ ਹੈ, ਤੇ ਮਹਿਕਮੇ ਤਾਂ ਫਿਰ ਜੋ ਸਰਕਾਰ ਨੇ ਕਿਹਾ, ਕਹਿੰਦੇ ਵੀ ਜਿਹਦੇ ਤੁਸੀਂ ਰੋਟੀ ਖਾਂਦੇ ਹੋ, ਉਹ ਜਿਵੇਂ ਕਿਸੇ ਬੀਰਬਲ ਨੂੰ ਪੁੱਛਿਆ ਸੀ, ਉਹ ਕਹਿੰਦਾ ਜੀ ਇਹ ਤਾਂ ਬੈਂਗਨ ਬੜਾ ਹੈ ਸੁੰਦਰ ਹੈ, ਦੂਜੇ ਦਿਨ ਕਹਿੰਦਾ ਵੀ ਤਾਂ ਹੀ ਤਾਂ ਉਲਟਾ ਲਟਕਿਆ ਹੋਇਆ। ਅਕਬਰ ਕਹਿੰਦਾ ਕਾਹਦਾ ਤੂੰ ਹੈ, ਕਹਿੰਦਾ ਜੀ ਮੈਂ ਨੌਕਰੀ ਤੁਹਾਡੀ ਕਰਦਾ, ਮੈਂ ਬੈਂਗਨ ਦੀ ਥੋੜ੍ਹਾ ਕਰਦਾ। ਸੋ ਇਸ ਕਰਕੇ ਇਹ ਨੀਤੀ ਆਯੋਗ ਤਾਂ ਸਰਕਾਰ ਦੀ ਨੌਕਰੀ ਕਰ ਰਿਹਾ, ਕੋਈ ਨੀਤੀ ਆਯੋਗ ਨਹੀਂ ਹੈ। ਹੁਣ ਆਪਾਂ ਆਈਏ ਦੂਜੀ ਗੱਲ ਤੇ। ਦੂਜੀ ਗੱਲ ਉਹ ਕਮੇਟੀ ਦੀ। ਕਮੇਟੀ ਕੋਈ ਨੌਕਰੀ ਤਾਂ ਕਰ ਨਹੀਂ ਰਹੀ। ਕਮੇਟੀ ਤੇ ਨੀਤੀ ਆਯੋਗ ਦਾ ਫਰਕ ਹੈ। ਕਮੇਟੀ ਕੋਈ ਨੌਕਰੀ ਨਹੀਂ ਕਰ ਰਹੀ, ਕਮੇਟੀ ਬਹੁਤ ਪੜ੍ਹੀ ਲਿਖੀ ਹੈ, ਉਸ ਨੂੰ ਇਹ ਮਾਮਲੇ 'ਚ ਤਜਰਬਾ ਹੈ, ਪਰ ਉਹਦਾ ਆਪਦਾ ਇੱਕ ਪੱਕਾ ਠੱਕਾ ਤਰੀਕਾ ਵਿਕਾਸ ਦਾ ਆਹੀ ਹੈ। ਜਦ ਤੁਹਾਡਾ ਪੱਕਾ ਠੱਕਾ ਵਿਚਾਰ ਉਸ ਗੱਲ ਬਾਰੇ ਹੈ ਜਿਹੜੀ ਸਰਕਾਰ ਕਰ ਰਹੀ ਹੈ ਤੇ ਜਿਹੜੇ ਕਿਸਾਨ ਉਹਦਾ ਉਲਟ ਕਰ ਰਹੇ ਨੇ, ਫਿਰ ਤਾਂ ਤੁਸੀਂ ਤਾਂ ਡਿਕਟਰ ਰਹੀ ਨਾ, ਤੁਸੀਂ ਤਾਂ ਧਿਰ ਬਣ ਕੇ ਖੜ ਗਏ ਨਾ। ਬਲਕਿ ਧਿਰ ਬਣ ਕੇ ਤੁਸੀਂ ਮਿਸਯੂਜ਼ ਕਰਦੇ ਹੋ ਇਹਨੂੰ। ਮੈਂ ਕਹਾਂਗਾ ਜੇ ਕੋਈ ਤਾਸ਼ ਦੀ ਬਾਜੀ ਹੋਵੇ ਨਾ, ਵੀ ਤਾਂ ਪੱਤੇ ਵੰਡਣ ਵੇਲੇ ਪਹਿਲਾਂ ਆਪਦੇ ਹੱਕ ਦੇ ਬੰਦੇ ਨੂੰ ਦੇ ਦਿਓ ਪੱਤੇ ਸਾਰੇ, ਤਾਂ ਕਿ ਉਹ ਬਾਜੀ ਜਿੱਤੇ। ਸੋ ਇਹ ਪੱਤੇ ਵੰਡਣ ਵੇਲੇ ਹੀ ਆਪਦੇ ਬੰਦਿਆਂ ਨੂੰ ਪੱਤੇ ਦੇਣ ਦੀ ਗੱਲ ਹੈ। ਇਹ ਬਿਲਕੁਲ ਉਹਨਾਂ ਨੂੰ ਵੀ ਇਹ ਇੱਕ ਇਹਨਾਂ ਤੋਂ ਚੋਪੜੀ ਜੀ ਰਿਪੋਰਟ ਲੈ ਲਓ, ਲੰਬੀ ਚੌੜੀ ਰਿਪੋਰਟ ਲਿਖ ਦੇਣਗੇ ਤੇ ਉਹਦੇ ਤੇ ਦਸਤਖਤ ਕਰ ਦੇਣਗੇ। ਫਿਰ ਉੱਥੇ ਸਾਰੀ ਬਹਿਸ ਹੁੰਦੀ ਸੀ ਰੋਜ਼ ਵੀ ਦੇਖੋ ਜੀ ਇੰਨੇ ਸੁਈਸਾਈਡ ਕਰਦੇ ਨੇ ਜੀ, ਸਾਡਾ ਇੰਨੇ ਆਹ MSP ਤਾਂ ਸਿਰਫ ਇੰਨਿਆਂ ਨੂੰ ਮਿਲਦੀ ਹੈ ਜੀ, ਜੇ ਅਸੀਂ ਆਹ ਭਾਅ ਵਧਾਵਾਂਗੇ ਸਾਡੇ ਕੋਲ ਤਾਂ ਇੰਨੇ ਪੈਸੇ ਨਹੀਂ ਜੀ, ਲੋਕਾਂ ਨੂੰ ਰੋਟੀ ਚਾਹੀਦੀ ਹੈ ਜੀ, ਇੰਨੇ ਲੋਕ ਸਾਡੇ। ਫਿਰ ਜਿਹੜਾ ਅੱਜ ਨਹੀਂ ਮੰਨਣ ਨੂੰ ਤਿਆਰ ਵੀ ਲੋਕ ਭੁੱਖਮਰੀ ਦਾ ਸ਼ਿਕਾਰ ਨੇ, ਉੱਥੇ ਉਹ ਵੀ ਲਿਖਣਗੇ ਵੀ ਇੰਨੇ ਲੋਕ ਭੁੱਖਮਰੀ ਦਾ ਸ਼ਿਕਾਰ ਨੇ, ਇਹਨਾਂ ਨੂੰ ਜੇ ਰੋਟੀ ਨਾ ਦਿੱਤੀ ਫਿਰ ਦੇਸ਼ ਕਾਹਦਾ ਰਹੇਗਾ। ਬਹੁਤ ਸਾਰੀਆਂ ਗੱਲਾਂ ਲਿਖਣਗੇ ਔਰ ਲਿਫਾਫੇਬਾਜ਼ੀ ਬਣਾ ਕੇ, ਰੰਗ ਬਿਰੰਗੇ ਲਿਫਾਫੇ ਲਾ ਕੇ ਅੰਦਰੋਂ ਖੋਖਲੇ ਹੋਣਗੇ, ਉਹ ਪੇਸ਼ ਕਰਨਗੇ ਗੁਬਾਰੇ। ਸੋ ਇਹ ਤਾਂ ਪੱਕੀ ਗੱਲ ਹੀ ਹੈ ਵੀ ਇਹ ਰਿਪੋਰਟ ਜਿਹੜੀ ਹੈ। ਦੂਜੀ ਗੱਲ, ਚਲੋ ਮੰਨ ਲਓ ਬਣ ਗਈ ਸੀ, ਠੀਕ ਹੈ, ਸੁਪਰੀਮ ਕੋਰਟ ਨੇ ਬਣਾਤੇ। ਜਦ ਕਿਸਾਨਾਂ ਨੇ ਪੱਕਾ ਹੀ ਕਹਿਤਾ ਵੀ ਅਸੀਂ ਨਹੀਂ ਆਉਣਾ ਤੁਹਾਡੇ ਕੋਲੇ, ਉਦੋਂ ਨਾ ਕਰ ਦਿੰਦੇ। ਉਦੋਂ ਕਹਿੰਦੇ ਨਾ ਅਸੀਂ ਤਾਂ ਜਾਵਾਂਗੇ ਕਿਸਾਨਾਂ ਕੋਲੇ, ਅਸੀਂ ਤਾਂ ਸੁਣਾਂਗੇ, ਅਸੀਂ ਤਾਂ ਬਤਾਵਾਂਗੇ। ਆਪਣੇ ਕਾਨੂੰਨੀ ਦਾਅ ਪੇਚ ਦੇ ਜ਼ਰੀਏ ਕਿਸਾਨਾਂ ਨੂੰ ਨਹੀਂ ਚਾਹੀਦਾ ਕਿ ਉਹ ਵੀ ਆਪਣਾ ਪੱਖ ਰੱਖਣ? ਕਿਉਂ ਨਹੀਂ ਰੱਖਿਆ ਜਾ ਰਿਹਾ, ਇਹ ਵੀ ਥੋੜਾ ਸਪਸ਼ਟ ਕਰਿਓ ਵੀ ਕਿਸ ਗੱਲ ਦੇ। ਮੈਂ ਜਿਹੜਾ, ਜਦ ਤੁਸੀਂ ਇੱਕ ਬੰਦਾ ਨਿਰਪੱਖ ਹੈ ਹੀ ਨਹੀਂ, ਪਹਿਲੀ ਗੱਲ ਤਾਂ ਸੁਪਰੀਮ ਕੋਰਟ 'ਚ ਮਾਮਲਾ ਜਾਣ ਵਾਲਾ ਹੀ ਨਹੀਂ। ਰੀਜ਼ਨ ਕੀ ਹੈ? ਜੇ ਤਾਂ ਸੁਪਰੀਮ ਕੋਰਟ ਨੇ ਕਰਨਾ ਫੈਸਲਾ, ਮਾਨਯੋਗ ਸੁਪਰੀਮ ਕੋਰਟ ਨੇ, ਤਾਂ ਸੁਪਰੀਮ ਕੋਰਟ ਕੋਲ ਕਿਸੇ ਨੇ ਪਾਇਆ ਹੋਇਆ ਹੈ, ਉੱਥੇ ਸੁਪਰੀਮ ਕੋਰਟ ਕਹਿ ਦਿੰਦੀ ਕਿ ਇਹ ਵਿਧਾਨ ਦੇ ਅਨੁਸਾਰ ਹੈ ਨਹੀਂ। ਇਹ ਸੰਵਿਧਾਨ ਦੀ ਬਿਲਕੁਲ ਧੱਜੀਆਂ ਉਡਾਈਆਂ ਹੋਈਆਂ ਨੇ। ਸੰਵਿਧਾਨ 'ਚ ਭਾਰਤ ਸਰਕਾਰ ਕੋਲੇ ਇਹ ਤਿੰਨੇ ਕਾਨੂੰਨ ਬਣਾਉਣ ਦਾ ਅਧਿਕਾਰ ਹੀ ਨਹੀਂ ਹੈ। ਮੈਂ ਜ਼ਿੰਮੇਵਾਰੀ ਨਾਲ ਕਹਿਣਾ, ਜਿਹੜਾ ਮਰਜ਼ੀ ਇਹ 'ਤੇ ਚਰਚਾ ਕਰ ਲੈ, ਕਹਿਣ ਨੂੰ ਜੋ ਮਰਜ਼ੀ ਕਿ ਜੋ ਨਹੀਂ ਜੀ ਉਹਦਾ ਮਤਲਬ ਆ ਹੈ, ਉਹ ਤਾਂ ਸਾਨੂੰ ਰੋਜ਼ ਹੀ ਬਾਬੂ ਝੋਨੀ 'ਚ ਪਾ ਦਿੰਦੇ ਨੇ, ਤੁਸੀਂ ਵੱਡਿਆਂ ਦੀ ਤਾਂ ਗੱਲ ਹੀ ਛੱਡੋ। ਸੋ ਇੱਕ ਗੱਲ ਤੇ ਸੁਪਰੀਮ ਕੋਰਟ ਕਹਿ ਸਕਦੀ ਸੀ ਵੀ ਭਾਈ ਇਹਦੇ ਵਿੱਚ ਤਾਂ ਜਦ ਤੁਹਾਡੇ ਕੋਲ ਅਧਿਕਾਰ ਹੀ ਨਹੀਂ, ਨਾ ਤਾਂ ਤੁਸੀਂ ਠੇਕਾ ਖੇਤੀ ਕਰ ਸਕਦੇ ਹੋ ਕਨਕਰੈਂਟ ਲਿਸਟ ਦੇ ਅੰਦਰ, ਸਾਂਝੀ ਸੂਚੀ ਦੇ ਅੰਦਰ। ਸੋ ਠੇਕਾ ਖੇਤੀ ਦਾ ਕਾਨੂੰਨ ਗਿਆ, ਕਿਉਂਕਿ ਤੁਸੀਂ ਬਣਾ ਹੀ ਨਹੀਂ ਸਕਦੇ। ਰਾਜ ਵੀ ਨਹੀਂ ਬਣਾ ਸਕਦਾ, ਕੇਂਦਰ ਵੀ ਨਹੀਂ ਬਣਾ ਸਕਦਾ ਠੇਕਾ ਖੇਤੀ ਦਾ ਕਾਨੂੰਨ, ਤੇ ਉਹ
ਸਾਂਝੀ ਸੂਚੀ ਦੇ ਅੰਡਰ, ਫਿਰ ਸਾਂਝੀ ਸੂਚੀ ਦੇ ਅੰਡਰ ਕਾਨੂੰਨ ਕਿਵੇਂ ਬਣ ਗਿਆ। ਦੂਜੀ ਗੱਲ, ਕਾਨੂੰਨ ਤੁਸੀਂ ਬਣਾਇਆ ਵੰਜ ਤੇ ਵਪਾਰ ਦਾ। ਤੁਸੀਂ ਵੰਜ ਤੇ ਵਪਾਰ ਦਾ ਬਣਾ ਸਕਦੇ ਹੋ, ਮੰਡੀਕਰਨ ਦਾ ਕਿਵੇਂ ਬਣਾ ਸਕਦੇ ਹੋ? ਖੇਤੀ ਜਿਹੜਾ ਕਿਸਾਨ ਆ ਉਹ ਤਾਂ ਮੰਡੀਕਰਨ ਕਰਦਾ। ਆ ਕਈਆਂ ਨੇ ਇੱਥੇ ਰਾਏ ਦਿੱਤੀ ਵੀ ਜੀ ਕਿਸਾਨ ਆਨਲਾਈਨ ਵੇਚਣਾ ਸ਼ੁਰੂ ਕਰ ਦੇਣ। ਮੈਂ ਕਿਹਾ ਕਿਸਾਨ ਵਪਾਰੀ ਥੋੜ੍ਹਾ, ਨਾਲੇ ਆਨਲਾਈਨ ਉਹਨੂੰ ਤਾਂ ਇੱਕੋ ਦਿਨ ਪੈਸੇ ਚਾਹੀਦੇ ਨੇ। ਜਿੰਨੀ ਉਹਦੇ ਕੋਲ ਫਾਲਤੂ ਕਣਕ ਹੈ, ਝੋਨਾ ਹੈ, ਸਬਜ਼ੀ ਹੈ, ਫਲ ਨੇ, ਉਹ ਕੋਈ ਐਂ ਥੋੜਾ ਵੀ ਰੋਜ਼ ਦੇ ਰੋਜ਼ ਵੇਚਦਾ। ਕੰਨੀਆਂ ਸਬਜ਼ੀਆਂ ਜਾਂ ਮਿਰਚਾਂ ਵਗੈਰਾ ਨੂੰ ਛੱਡ ਕੇ ਜਿਹੜੀ ਲਾਅ ਦੇ ਲਾਅ ਉਤਰਦੇ ਨੇ ਵੀ ਹਫ਼ਤੇ ਬਾਅਦ 2 ਹਫ਼ਤੇ ਬਾਅਦ ਟਮਾਟਰ ਵਗੈਰਾ ਨੇ, ਬਾਕੀ ਚੀਜ਼ਾਂ ਤਾਂ ਇਕੱਠੀ ਵੇਚਦਾ ਉਹ ਜਿੰਸ। ਉਹ ਵੀ ਇੱਕ ਦਿਨ ਜਿੱਦੇ ਤੋੜਦਾ ਉਹਦੇ ਸਾਰੀਆਂ ਮਿਰਚਾਂ ਲੈ ਜਾਂਦਾ। ਜਿੱਦੇ ਉਹ ਟਮਾਟਰ ਤੋੜਦਾ ਉਹਦੇ ਸਾਰੇ ਟਮਾਟਰ ਉੱਥੇ ਲੈ ਕੇ ਜਾਂਦਾ, ਜਿੱਦੇ ਗੋਭੀ ਤੋੜਦਾ ਉਹਦੇ ਸਾਰੀ ਗੋਭੀ ਲੈ ਕੇ ਜਾਂਦਾ। ਸੋ ਇਸ ਕਰਕੇ ਉਹ ਪ੍ਰਚੂਨ ਵਿਕਰੇਤਾ ਨਹੀਂ ਹੈ, ਉਹ ਤਾਂ ਸਿਰਫ ਆਪਦੀ ਫਾਲਤੂ ਜਿਹੜੀ ਪ੍ਰੋਡਿਊਸ ਆ ਉਹਦੀ ਮੰਡੀਕਰਨ ਕਰਕੇ ਕੁਝ ਪੈਸੇ ਲੈਂਦਾ। ਉਹਨਾਂ ਪੈਸਿਆਂ ਨਾਲ ਉਹ ਅਗਲੀ ਫਸਲ ਦੀ ਤਿਆਰੀ ਕਰਦਾ, ਆਪਦੇ ਘਰ ਦੇ ਕੰਮ ਚਲਾਉਂਦਾ। ਸੋ ਉਹਨੂੰ ਤੁਸੀਂ ਵਪਾਰ 'ਚ ਲਿਆਉਣਾ ਚਾਹੁੰਦੇ ਹੋ। ਹੁਣ ਮੈਂ ਇਹਦੇ 'ਚ ਇੱਕ ਉਦਾਹਰਨ ਦਿੰਦਾ। ਲੇਮੈਨ ਬ੍ਰਦਰਜ਼ ਦੀ ਤੁਸੀਂ ਗੱਲ ਸੁਣੀ ਹੋਣੀ ਹੈ 2008 ਦੀ। ਸਾਰੀ ਦੁਨੀਆ ਦਾ ਅਰਥਚਾਰਾ ਭੱਠਾ ਬਹਿ ਗਿਆ ਸੀ। ਉਹ ਭੱਠਾ ਤਾਂ ਬੈਠਿਆ ਸੀ ਕਿ ਅਮਰੀਕਾ ਦੀਆਂ ਬੈਂਕਾਂ ਨੇ ਇੰਨੇ ਕਰਜ਼ੇ ਦੇ ਤੇ ਲੋਕਾਂ ਨੂੰ, ਘਰ ਲੈ ਲਓ, ਫਲਾਣਾ ਲੈ ਲਓ, ਉਹ ਮੁੜ ਕੇ ਲੋਕਾਂ ਤੋਂ ਕਿਸ਼ਤਾਂ ਮਿਲੀਆਂ ਨਾ। ਹੁਣ ਬੈਂਕ ਦਾ ਕੰਮ ਕੋਈ ਇਹ ਥੋੜਾ ਵੀ ਲੋਕਾਂ ਦੇ ਮਕਾਨਾਂ ਤੇ ਕਬਜ਼ਾ ਕਰਕੇ ਗਾਂ ਵੇਚਣਾ ਸ਼ੁਰੂ ਕਰੇ। ਬੈਂਕ ਜਿਹੜੀ ਹੈ ਉਹ ਤਾਂ ਪੈਸੇ ਦਾ ਵਪਾਰ ਕਰਦੀ ਹੈ, ਉਹ ਪ੍ਰਾਪਰਟੀ ਦਾ ਵਪਾਰ ਨਹੀਂ ਕਰਦੀ। ਬੈਂਕ ਕੋਈ ਪ੍ਰਾਪਰਟੀ ਡੀਲਰ ਨਹੀਂ, ਕਿਉਂਕਿ ਪ੍ਰਾਪਰਟੀ ਡੀਲਰ ਨਹੀਂ, ਪੈਸਾ ਉਹਦਾ ਗਿਆ ਫਸ, ਬੈਂਕਾਂ ਫੇਲ ਹੋ ਗਈਆਂ। ਸੋ ਇਸੇ ਤਰ੍ਹਾਂ ਹੀ ਇਹ ਕਿਸਾਨ ਨੂੰ ਬਿਲਕੁਲ ਉਸੇ ਤਰ੍ਹਾਂ ਫੇਲ ਕਰਨਗੇ ਜਿਹੜੇ ਇਹ ਰਾਏ ਦਿੰਦੇ ਨੇ ਵੀ ਆਨਲਾਈਨ ਵੇਚਣਾ ਸ਼ੁਰੂ ਕਰ ਦਿਓ ਜੀ, ਪੈਕਟ ਬਣਾਉਣੇ ਸ਼ੁਰੂ ਕਰ ਦਿਓ ਜੀ। ਹਾਂ, ਆਈ ਕੈਨ ਅੰਡਰਸਟੈਂਡ ਵੀ ਤੁਸੀਂ ਕੋਆਪਰੇਟਿਵ ਬਣਾ ਲਓ। ਕੋਆਪਰੇਟਿਵ ਬਣਾ ਕੇ ਇੱਕ ਕੋਆਪਰੇਟਿਵ ਸੁਸਾਇਟੀ ਕੋਲ ਤੁਹਾਡੇ ਪਿੰਡ ਦਾ ਸਾਰਾ ਸਮਾਨ ਉਹਨੇ ਖਰੀਦ ਲਿਆ, ਉਦੋਂ ਅੱਗੇ ਉਹ ਆਨਲਾਈਨ ਵੇਚੀ ਜਾਵੇ ਲੋਕਾਂ ਨੂੰ। ਉਹਦੇ ਕੋਲ ਕੁਝ ਪੈਸਾ ਹੋਵੇ, ਕੁਝ ਪੂੰਜੀ ਹੋਵੇ, ਜਿਹੜਾ ਵੇਚਣ ਵਾਲਾ ਉਹ ਤੋਂ ਪੈਸੇ ਲੈ ਕੇ, ਜਿਵੇਂ ਦੁੱਧ ਵਾਲੇ ਕਰਦੇ ਨੇ। ਬਿਲਕੁਲ ਸੋ ਇਹ ਕੋਆਪਰੇਟਿਵ ਰਾਹੀਂ ਹੋ ਸਕਦਾ। ਸੋ ਇਸ ਕਰਕੇ ਇਹ ਜਿਹੜਾ ਸਾਰਾ ਕੁਝ ਉਹ ਕਹਿ ਰਹੇ ਨੇ, ਇਹ ਗਲਤ ਕਹਿ ਰਹੇ ਨੇ। ਇਹ ਕਿਸਾਨਾਂ ਦੇ ਉਲਟਾ। ਇਸ ਕਰਕੇ ਕਿਸਾਨਾਂ ਨੂੰ ਉੱਥੇ ਜਾਣ ਦਾ ਕੋਈ ਮਤਲਬ ਹੀ ਨਹੀਂ ਸੀ, ਕਿਉਂਕਿ ਇਹ ਪਾਰਲੀਮੈਂਟ ਨੇ ਕਾਨੂੰਨ ਬਣਾਏ ਨੇ। ਇਸ ਕਰਕੇ ਜਿਹੜਾ ਸਿਆਸੀ ਤੌਰ ਦੇ ਉੱਤੇ ਕਾਨੂੰਨ ਬਣਿਆ ਹੈ, ਕਾਨੂੰਨ ਕੋਈ ਕਾਨੂੰਨੀ ਤੌਰ ਤੇ ਨਹੀਂ ਬਣਿਆ, ਕਾਨੂੰਨੀ ਤੌਰ ਤੇ ਵੈਸੇ ਹੀ ਗਲਤ ਨੇ। ਜਿਹੜਾ ਸਿਆਸੀ ਤੌਰ ਤੇ ਬਣਿਆ ਉਹਨੂੰ ਸਿਆਸੀ ਵਿਰੋਧਤਾ ਕਰਨੀ ਜ਼ਰੂਰੀ ਹੈ ਅੱਜ ਦੇਸ਼ ਦੇ ਵਿੱਚ। ਇੱਕ ਦੂਜੀ ਗੱਲ, ਜਿਹੜੀ ਬੀਜੇਪੀ ਉਹ ਡਬਲ ਟਾਕ ਕਰਦੀ ਹੈ। ਉਹਦੇ ਮੈਂ ਨਹੀਂ ਕਹਿੰਦਾ ਵੀ ਉਹ ਐਮਐਲਏ ਨੂੰ ਕੁੱਟਿਆ ਜਾਣਾ ਚਾਹੀਦਾ, ਜੋ ਵੀ ਹੋਇਆ ਮਲੋਟ ਵਾਲੇ ਦਾ। ਉਸ ਤੇ ਤਾਂ ਗਰੇਵਾਲ ਕਹਿੰਦਾ ਹੈ ਵੀ ਅਸੀਂ ਧਰਨੇ ਮੁਜ਼ਾਹਰੇ ਅਸੀਂ ਆਹ ਕਰਾਂਗੇ। ਉਸ ਤੇ ਫਿਰ ਕੋਰਟ 'ਚ ਕਿਉਂ ਨਹੀਂ ਚਲੇ ਜਾਂਦੇ? ਉਹਨੂੰ ਕੁੱਟਿਆ, ਕਾਨੂੰਨ ਨੂੰ ਹੱਥ 'ਚ ਲਿਆ ਕੋਨੇ, ਠੀਕ ਹੈ। ਹਾਲਾਂਕਿ ਉਹਨਾਂ ਤੇ ਕੇਸ ਵੀ ਬਣ ਗਏ। ਫਿਰ ਗਰੇਵਾਲ ਹੋਰਾਂ ਨੂੰ ਮੁਜ਼ਾਹਰੇ ਕਰਨ ਦੀ ਕੀ ਲੋੜ ਆ ਬਈ? ਇੱਕ ਪਾਸੇ ਉਹਨਾਂ ਦੇ ਇੱਕ ਐਮਐਲਏ ਨਾਲ ਜੋ ਵੀ ਹੋਇਆ ਉਹਦੇ ਤੋਂ ਕਹਿੰਦੇ ਅਸੀਂ ਮੁਜ਼ਾਹਰੇ ਕਰਕੇ ਫੈਸਲਾ ਕਰਾਵਾਂਗੇ, ਠੀਕ ਹੈ। ਦੂਜੇ ਪਾਸੇ ਉਹ ਕਹਿੰਦੇ ਨੇ ਕਿਸਾਨ ਮੁਜ਼ਾਹਰੇ ਕਿਉਂ ਕਰਦੇ ਨੇ। ਇਹ ਤੋਂ ਪਤਾ ਲੱਗਦਾ ਹੈ ਵੀ ਇਹਨਾਂ ਦੇ ਮੂੰਹ 'ਚ ਕੁਝ ਹੋਰ ਹੈ। ਮੂੰਹ ਮੇ ਰਾਮ ਰਾਮ ਤੇ ਬਗਲ ਮੇ ਛੁਰੀ ਵਾਲੀ ਗੱਲ ਹੈ। ਸੋ ਇਹਨਾਂ ਤੋਂ ਇਹ ਵਿਸ਼ਵਾਸ ਨਹੀਂ ਰੱਖਿਆ ਜਾ ਸਕਦਾ। ਡਾਕਟਰ ਸਾਹਿਬ, ਦੂਜੀ ਗੱਲ ਜਿਹੜੀ ਹੁਣ ਆਹ ਸਿੱਧੀ ਅਦਾਇਗੀ ਵਾਲੀ ਹੈ, ਸਰਕਾਰ, ਕੇਂਦਰ ਸਰਕਾਰ ਇਹ ਤੇ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ। ਬੀਜੇਪੀ ਵਾਲੇ ਖੁਦ ਹਰਜੀਤ ਗਰੇਵਾਲ ਜਾਨੀ ਸਾਹਿਬ ਕਹਿੰਦੇ ਨੇ ਕਿ ਅਸੀਂ ਕੇਂਦਰ ਨਾਲ ਗੱਲਬਾਤ ਕਰਾਂਗੇ ਕਿ ਤੁਸੀਂ ਇਹਨੂੰ ਟਾਲੋ 1 ਸਾਲ ਦੇ ਲਈ, ਕਿਉਂਕਿ ਜ਼ਮੀਨੀ ਲੈਵਲ ਦੇ ਉੱਤੇ ਬੜੀਆਂ ਦਿੱਕਤਾਂ ਨੇ, ਪਹਿਲਾਂ ਉਹਨਾਂ ਨੂੰ ਸੋਲਵ ਕਰ ਲਓ। ਜਿਵੇਂ ਮੰਡੀ ਦੇ ਵਿੱਚ ਲੈ ਕੇ ਆੜ੍ਹਤੀਆਂ ਦੀਆਂ ਪ੍ਰੋਬਲਮਸ ਨੇ, ਜਾਂ ਹੋਰ ਕਿਸਾਨਾਂ ਦੀਆਂ ਬੜੀਆਂ ਕਿ ਉਹਨਾਂ ਦੇ ਕਿਸੇ ਦੇ ਖਾਤੇ ਨਹੀਂ ਜਾਂ ਕੁਝ ਵੀ ਆ, ਮਤਲਬ ਕਿ ਇਹ 1 ਸਾਲ ਟਾਲਣ ਦੀ ਗੱਲ ਕਰਦੇ ਨੇ। ਪਰ ਪਿਊਸ਼ ਗੋਇਲ ਸਾਹਿਬ ਕਹਿੰਦੇ ਨੇ ਕਿ ਇਹ ਤਾਂ ਹਰ ਹਾਲ ਦੇ ਵਿੱਚ ਜਿੰਨੀ ਛੇਤੀ ਹੋ ਸਕਦਾ ਪੰਜਾਬ ਸਰਕਾਰ ਜਲਦੀ ਲਾਗੂ ਕਰੇ। ਕਹਿੰਦੇ ਆਹ ਫਸਲ ਦੀ ਅਦਾਇਗੀ ਅਸੀਂ ਸਿੱਧੀ ਦੇਣੀ ਹੈ। ਦਿੱਕਤਾਂ ਕਿੱਥੇ ਨੇ, ਤੁਸੀਂ ਦੱਸਿਓ ਮਾੜਾ ਜਿਹਾ। ਦੇਖੋ, ਗੱਲ ਇਹ ਹੈ ਵੀ ਪਿਊਸ਼ ਗੋਇਲ ਸਾਹਿਬ ਨੂੰ ਨਾ ਤਾਂ ਜ਼ਮੀਨੀ ਹਕੀਕਤ ਦਾ ਪਤਾ ਹੈ, ਨਾ ਉਹਨੂੰ ਕੰਸਰਨ ਲੋਕਾਂ ਨਾਲ ਹੈ, ਨਾ ਉਹਨੂੰ ਆਪਦੇ ਮੰਤਰਾਲੇ ਨਾਲ ਹੈ ਵੀ ਮੇਰੀ ਕੋਈ ਜ਼ਿੰਮੇਵਾਰੀ ਹੈ। ਮੈਂ ਇੱਕ ਗੱਲ ਕਹਿਣਾ, ਮੇਰੇ ਕੋਲ ਮਰੀਜ਼ ਆਉਂਦਾ, ਮਰੀਜ਼ ਨੂੰ ਵਿਚਾਰੇ ਨੂੰ ਪਤਾ ਨਹੀਂ ਕੀ ਹੋਣਾ। ਇਹ ਮੇਰੀ ਟੈਕਨੀਕਲ ਨੌਲੇਜ ਹੈ ਕਿ ਮੈਂ ਉਹਦਾ ਬੈਸਟ ਇਲਾਜ ਕਰਾਂ, ਭਾਵੇਂ ਉਹ ਸੈਟੀਸਫਾਈ ਹੋਵੇ ਨਾ ਹੋਵੇ ਵੱਖਰੀ ਗੱਲ ਹੈ। ਪਰ ਮੇਰੀ ਤਾਂ ਡਿਊਟੀ ਹੈ ਨਾ ਕਿ ਮੈਂ ਆਪਦੀ ਜੋ ਗਿਆਨ ਹੈ, ਜੋ ਮੇਰੇ ਕੋਲ ਸਮਾਨ ਹੈ, ਉਹਦੇ ਨਾਲ ਜੋ ਮੇਰੇ ਕੋਲ ਮੈਨ ਪਾਵਰ ਹੈ, ਉਹਦੇ ਨਾਲ ਉਹਦਾ ਬੈਸਟ ਇਲਾਜ ਕਰਾਂ। ਹੁਣ ਪਿਊਸ਼ ਗੋਇਲ ਜੀ ਮੰਤਰੀ ਨੇ, ਉਹਨਾਂ ਦਾ ਫਰਜ਼ ਬਣਦਾ ਸੀ ਵੀ ਕਿਸਾਨਾਂ ਨੂੰ ਜੋ ਵੀ ਅਦਾਇਗੀ ਦਾ ਤਰੀਕਾ ਉਹ ਕਰਨਾ ਚਾਹੁੰਦੇ ਨੇ, ਕੀ ਇਹ ਫੀਜ਼ੇਬਲ ਹੈ, ਕੀ ਇਹ ਹੋ ਸਕਦਾ ਹੈ, ਕੀ ਇਹ ਲਾਗੂ ਹੋ ਸਕਦਾ ਹੈ। ਇਹਦੇ 'ਚ ਬਹੁਤੀਆਂ ਦਿੱਕਤਾਂ। ਇਹ ਹੁਣ ਪਿਊਸ਼ ਗੋਇਲ ਜੀ ਨੂੰ ਕੀ ਪੁੱਛੀਏ? ਇਹਨਾਂ ਨੇ ਤਾਂ ਜੇ ਨੋਟਬੰਦੀ ਕਰੀ ਸੀ 200 ਵਾਰੀ ਇਹਨਾਂ ਨੂੰ ਨੋਟੀਫਿਕੇਸ਼ਨ ਬਦਲਣੀ ਪਈ 15 ਦਿਨਾਂ 'ਚ ਹੀ। ਜਦ ਇਹਨਾਂ ਨੇ GST ਲਾਗੂ ਕਰਿਆ ਉਹਦੇ 300 ਵਾਰੀ ਬਦਲਣੀ ਪਈ। ਇਹ ਤਾਂ ਬਿਨਾਂ ਸੋਚੇ ਸਮਝੇ ਕੁਝ ਵੀ ਲਿਖ ਦਿੰਦੇ ਨੇ, ਫਿਰ ਉਹ ਤੇ ਜਿੱਦ ਕਰਕੇ ਬਹਿ ਜਾਂਦੇ ਨੇ। ਫਿਰ ਜਦ ਇਹਨਾਂ ਦੇ 4 ਚਮਚੇ ਜਾ ਕੇ ਕਹਿੰਦੇ ਵੀ ਆਹ ਗੜਬੜ ਹੋ ਗਈ, ਕਹਿੰਦੇ ਲਿਆ ਹੁਣ ਠੀਕ ਕਰ ਦਿੰਦੇ ਆ। ਫਿਰ ਦੂਜਾ ਜਾਂਦਾ, ਉਹ ਕਹਿੰਦਾ ਜੀ ਤੁਸੀਂ ਉਹ ਕਰਤੀ, ਉਹ ਤਾਂ ਐਂ ਹੋ ਗਿਆ, ਉਹ ਕਹਿੰਦੇ ਲਿਆ ਤੇਰੇ ਵਾਲਾ ਵੀ ਕਰ ਦਿੰਦੇ ਆ। ਉਹਦੇ ਨਾਲ ਇਹ ਸਾਰਾ ਹੀ ਜਿਹੜਾ ਹੈ ਘਪਲ ਚੌਧੋਂ ਕਰ ਦਿੰਦੇ ਨੇ, ਤਾਂ ਕਿ ਸਾਰਾ ਇੰਨਾ ਕਨਫਿਊਜ਼ਨ ਪੈਦਾ ਹੋ ਜੇ ਲੋਕਾਂ ਨੂੰ। ਬਿਲਕੁਲ ਇਹ ਪੈਦਾ ਹੋ ਜਾਵੇ ਵੀ ਯਾਰ ਇੱਥੋਂ ਜਾਨ ਬਚਾਓ, ਇੱਥੇ ਪਤਾ ਨਹੀਂ ਕੀ ਹੋ ਜਾਣਾ ਹੈ। ਮਤਲਬ ਅਨਸਰਟਨਟੀ ਪੈਦਾ ਕਰਨਾ, ਅਨਿਸ਼ਚਿਤਤਾ ਪੈਦਾ ਕਰਨਾ ਇਹਨਾਂ ਦਾ ਕੰਮ ਹੈ। ਅਨਿਸ਼ਚਿਤਤਾ ਦੇ ਰਾਹੀਂ
ਡਰਾ ਕੇ ਰਾਜ ਕਰਦੇ ਨੇ ਤੇ ਇਹ ਗਲਤ ਗੱਲ ਹੈ ਪਿਊਸ਼ ਗੋਇਲ ਦੀ। ਜਿਹੜਾ ਹਰਜੀਤ ਗਰੇਵਾਲ ਤੇ ਜਾਨੀ ਕਹਿ ਰਹੇ ਨੇ, ਜਾਨੀ ਤੇ ਮੈਨੂੰ ਜ਼ਿਆਦਾ ਵਿਸ਼ਵਾਸ ਹੈ ਫਰੈਂਕਲੀ ਸਪੀਕਿੰਗ, ਉਹ ਬਤੌਰ ਮੰਤਰੀ ਵੀ ਕਾਫੀ ਐਸਾ ਕੰਮ ਕਰਦੇ ਨੇ। ਹਰਜੀਤ ਗਰੇਵਾਲ ਬਹੁਤ ਸੋਬਰ ਸੀਗੇ, ਪਰ ਅੱਜ ਕੱਲ੍ਹ ਪਿਛਲੇ 1 ਸਾਲ ਤੋਂ ਉਹ ਇੰਨੇ ਹੰਕਾਰ 'ਚ ਆਏ ਹੋਏ ਨੇ ਵੀ ਉਹ ਕਿਸੇ ਨੂੰ ਕੁਝ ਵੀ ਕਹਿ ਦਿੰਦੇ ਨੇ, ਕਿਸੇ ਦੀ ਵੀ ਸ਼ਾਨ ਦੇ ਖਿਲਾਫ, ਕਿਸੇ ਨੂੰ ਧਮਕੀਆਂ ਦੇਣੀਆਂ, ਉਹ ਟੀਵੀ 'ਤੇ ਧਮਕੀਆਂ ਦੇ ਦਿੰਦੇ ਨੇ ਬੰਦਿਆਂ ਨੂੰ। ਪ੍ਰੋਫੈਸਰ ਮਨਜੀਤ ਸਿੰਘ ਨੂੰ ਇੱਕ ਵਾਰੀ ਧਮਕੀ ਦਿੱਤੀ, ਕਹਿੰਦੇ ਇਹਨਾਂ ਨੂੰ ਅਸੀਂ ਸਿੱਧਾ ਕਰ ਲਾਂਗੇ। ਸੋ ਉਹ ਉਹਨਾਂ ਦੇ ਕਹਿਣ ਦੀ ਤਾਂ ਗੱਲ ਹੀ ਛੱਡੋ, ਤਾਂ ਹੁਣ ਇਸ ਲਾਲਚ 'ਚ ਹੈ ਵੀ ਮੈਨੂੰ ਯਾਰ ਕੋਈ ਮਿਨਿਸਟਰੀ ਮਿਲ ਜੇ। ਇਹ ਤਾਂ ਕਹਿ ਰਹੇ ਨੇ ਕਿ 2022 ਦੀ ਚੋਣ ਕਰਕੇ, ਕਿਉਂਕਿ ਚੋਣ ਤਾਂ ਪੰਜਾਬ 'ਚ ਜਾਨੀ ਸਾਹਿਬ ਨੇ ਤੇ ਇਹ ਗਰੇਵਾਲ ਨੇ ਲੜਨੀ ਹੈ ਨਾ। ਜੇ ਚੋਣ ਲੜਨੀ ਹੈ ਤੇ ਫਿਰ ਕੁਛ ਨਾ ਕੁਛ ਤਾਂ ਕਹਿਣਾ ਹੀ ਪਊ ਵੀ ਅਸੀਂ ਉਹ ਗੱਲ ਕਰਦੇ ਹਾਂ, ਅਦਰਵਾਈਜ਼ ਇਹਨਾਂ ਨੂੰ ਕੌਣ ਪੁੱਛਦਾ। ਜੇ ਇਹਨਾਂ ਦੀ ਇੰਨੀ ਪੁੱਛਦੇ ਹੁੰਦੇ ਤੇ ਫਿਰ ਤਾਂ ਉਹ ਮਸਲਾ ਹੱਲ ਹੀ ਹੋ ਜਾਣਾ ਸੀ। ਤਾਂ ਦੋਨੇ ਵਿੱਚ ਪਈ ਰਹੇ ਨੇ, ਸੋ ਇਸ ਕਰਕੇ ਇੰਨੀ ਗੱਲ ਨਹੀਂ ਹੈ। ਇਹ ਗਲਤ ਕਹਿ ਰਹੇ ਨੇ। ਅਦਾਇਗੀ ਲੈਣ ਦੇ ਵਿੱਚ ਦਿੱਕਤ ਕੀ ਆ, ਉਹ ਵੀ ਥੋੜਾ ਜਿਹਾ ਸਮਝਾ ਦਿਓ ਕਿ ਹਾਂ, ਮੈਂ ਦਿੱਕਤ ਸਮਝਾ ਦਿੰਦਾ 2-4 ਲਾਈਨਾਂ ਜੀ। ਇੱਕ ਇਹ ਹੈ ਵੀ ਜਦ ਤੁਸੀਂ ਆਨਲਾਈਨ ਟ੍ਰਾਂਸਫਰ ਕਰਨਾ ਹੈ, 2 ਤਰੀਕੇ ਸੀ ਜਿਹੜੇ ਸਰਕਾਰ ਨੇ ਨਹੀਂ ਕਰੇ। ਸਰਕਾਰ ਇਹ ਕਹਿ ਦਿੰਦੀ ਵੀ ਜਿਹੜਾ ਵੀ ਕਾਸ਼ਤਕਾਰ ਹੈ ਉਹ ਆਪਦਾ ਖਾਤਾ ਦੇ ਦੇ, ਆਪਦਾ ਵੀ ਕਿ ਮੈਂ ਇੰਨੀ ਖੇਤੀ 'ਚ ਕੰਮ ਕਰ ਰਿਹਾ, ਆਹ ਮੈਂ ਫਸਲ ਬੀਜੀ ਹੈ ਤੇ ਆਹ ਮੇਰਾ ਬੈਂਕ ਦਾ ਖਾਤਾ ਨੰਬਰ ਹੈ। ਉਹਨੇ ਜ਼ਮੀਨ ਉਹਦੀ ਹੈ ਨਹੀਂ ਹੈ, ਕਿਹਦੀ ਹੈ ਕਿਹਦੀ ਨਹੀਂ, ਇਹ ਨਾ ਦੇਖਦੇ। ਇਹਦੇ ਨਾਲ ਸੌਖਾ ਹੋ ਜਾਣਾ ਸੀ। ਤੁਹਾਡੀ ਜ਼ਮੀਨ ਮੈਂ ਵਾਹ ਰਿਹਾ, ਮੈਂ ਲਿਖਤਾ ਵੀ ਆਹ ਜ਼ਮੀਨ ਤੇ ਮੈਂ ਆਹ ਖੇਤੀ ਕਰ ਰਿਹਾ। ਇਹ ਜ਼ਮੀਨ ਕਿਹਦੀ ਹੈ, ਉਹਦਾ ਕੋਈ ਮਤਲਬ ਵੀ ਨਹੀਂ ਹੈ ਵੀ ਮੈਂ ਇੰਨਾ ਝੋਨਾ ਬੀਜਿਆ ਜਾਂ ਇੰਨੀ ਕਣਕ ਬੀਜੀ ਹੈ, ਇੰਨੀ ਕੁ ਮੇਰੀ ਇਹ ਪ੍ਰੋਡਿਊਸ ਹੋਏਗੀ। ਉਹ ਮੈਂ ਲਿਖਤਾ, ਉਹ ਜੋ ਉਨੀ ਕੁ ਮੈਂ ਵੇਚਾਂ ਉਹਨੇ ਮੇਰੇ ਪੈਸੇ ਆ ਜਾਣ ਖਾਤੇ 'ਚ। ਦੂਜੀ ਗੱਲ, ਜਿਹੜਾ ਬਾਹਰ ਬੈਠਾ ਉਹਦੀ ਜ਼ਮੀਨ ਦਾ ਵੀ ਇਹੀ ਹੱਲ ਹੋ ਜਾਏਗਾ। ਜਿਹਨੇ ਠੇਕੇ 'ਤੇ ਲੈ ਲਈ, ਪਹਿਲਾਂ ਹੀ ਹਿੱਸੇ 'ਤੇ ਨਹੀਂ ਠੇਕੇ 'ਤੇ ਹੈ, ਉਹਨੇ ਠੇਕਾ ਆਲਰੇਡੀ ਦੇ ਚੁੱਕਿਆ। ਇਸ ਕਰਕੇ ਮੰਨ ਲਓ ਵੀ ਉਹ 1 ਸਾਲ ਵਾਸਤੇ ਉਹ ਜ਼ਮੀਨ ਉਹਦੀ, ਜੇ ਆਪਾਂ ਮਕਾਨ ਕਿਰਾਏ 'ਤੇ ਲੈ ਲੈਂਦੇ ਹਾਂ ਤਾਂ ਜਿੰਨਾ ਚਿਰ ਉਹ ਬੰਦਾ ਕਿਰਾਇਆ ਦਿੰਦਾ, 11 ਮਹੀਨਿਆਂ ਦੀ, ਸਾਲ ਦੀ, 2 ਸਾਲ ਦੀ ਲੀਜ਼ ਹੁੰਦੀ ਹੈ, ਉਹਨਾਂ ਚਿਰ ਉਹ ਮਕਾਨ ਪ੍ਰੈਕਟੀਕਲੀ ਕਿਰਾਏਦਾਰ ਦਾ ਹੀ ਹੁੰਦਾ ਨਾ। ਸੋ ਇਸ ਕਰਕੇ ਇਹਨਾਂ ਨੇ ਜਿਹੜੇ ਸਾਡੇ ਕੋਲੇ ਪ੍ਰਸ਼ਾਸਨਿਕ ਕਦਮ ਹੈਗੇ ਨੇ, ਜਿਹੜਾ ਸਾਡਾ ਬਿਲਕੁਲ ਸਥਾਪਿਤ ਢਾਂਚਾ ਵੀ ਹੈਗਾ, ਇਹ ਉਹਦੇ ਉੱਤੇ ਵੀ ਨਹੀਂ ਲਾਗੂ ਕਰ ਰਹੇ। ਜਿਹੜਾ ਸੌਖਾ ਹੈ, ਇੱਕ ਤਾਂ ਇਹ ਨਹੀਂ ਹੋਏਗਾ ਜਿਹੜਾ ਠੇਕੇ 'ਤੇ ਖੇਤੀ ਲੈਂਦਾ, ਜਿਹੜਾ ਹਿੱਸੇ 'ਤੇ ਲੈਂਦਾ, ਜਿਹੜਾ ਸਾਂਝੀ ਜ਼ਮੀਨ। ਹੁਣ ਜਿਵੇਂ 1,57,000 ਏਕੜ ਜ਼ਮੀਨ ਪੰਜਾਬ ਦੇ ਵਿੱਚ ਹੈ, ਜਿਹੜੀ ਉਹ ਪੰਚਾਇਤੀ ਜ਼ਮੀਨ ਹੈ, ਉਹਦੇ ਵਿੱਚੋਂ 50,000 ਏਕੜ 52,000 ਏਕੜ ਜਾਂਦੀ ਹੈ ਦਲਤਾਂ ਨੂੰ, ਬਾਕੀ 1 ਲੱਖ ਏਕੜ ਦੇ ਕਰੀਬ 1,05,000 ਏਕੜ ਜਾਂਦੀ ਹੈ ਦੂਜਿਆਂ ਨੂੰ। ਉਹ ਗਰੀਬ ਕਿਸਾਨ ਠੇਕੇ 'ਤੇ ਲੈਂਦਾ ਨਾ, ਉਹਦੇ ਨਾਂ ਤਾਂ ਉਹ ਜ਼ਮੀਨ ਹੈ ਹੀ ਨਹੀਂ, ਫਿਰ ਉਹ ਪੈਸਾ ਕਿਵੇਂ ਜਾਏਗਾ। ਸੋ ਇਸ ਦੇ ਵਿੱਚ ਇਹਨਾਂ ਦਾ ਇੱਕ ਜਿਹੜਾ ਇਹ ਹੈ ਕਿ ਜੀ ਅਸੀਂ ਬਾਹਰੋਂ ਆ ਕੇ, ਇਹ ਤਾਂ ਬਾਹਰੋਂ ਇਹਨਾਂ ਦੇ ਵਪਾਰੀ ਆਪ ਵੇਚਦੇ ਨੇ। ਜਿੰਨੇ ਤੁਸੀਂ ਇੱਥੇ ਵਪਾਰੀ ਫੜ ਲਿਓ, ਤੁਹਾਨੂੰ ਮੈਕਸੀਮਮ ਬੀਜੇਪੀ ਦੇ ਵਪਾਰੀ ਮਿਲਣਗੇ, ਕਿਉਂਕਿ ਵਪਾਰੀ ਦਾ ਕੀ ਕੰਮ ਹੈ। ਜੇ ਅੱਜ ਕਾਂਗਰਸ ਦੀ ਸਰਕਾਰ ਹੈ, ਉਹ ਕਾਂਗਰਸ ਨਾਲ ਰਲ ਜਾਂਦਾ ਹੈ। ਜੇ ਕੱਲ ਨੂੰ ਬੀਜੇਪੀ ਦੀ ਆ ਗਈ, ਉਹ ਬੀਜੇਪੀ ਨਾਲ ਜੋ ਕਹਿੰਦਾ ਆਪਾਂ ਤਾਂ ਪੈਸੇ ਬਣਾਉਣੇ ਯਾਰ, ਆਪਾਂ ਲੈਣਾ ਕੀ ਹੈ। ਵਪਾਰੀ ਲੜਾਈ ਨਹੀਂ ਕਰਦਾ ਹੁੰਦਾ, ਉਹ ਤਾਂ ਕਹਿੰਦਾ ਜਿਹੜਾ ਆ ਗਿਆ ਉਹਨੂੰ ਦੇ ਦਿਓ। ਉਹ ਤਾਂ ਇਵਨ ਚੋਣਾਂ ਵੇਲੇ ਦੋਹਾਂ ਨੂੰ ਫੰਡ ਦੇ ਦਿੰਦਾ ਸੀ ਅੱਗੇ, ਕਿਸੇ ਨੂੰ ਵੱਧ ਕਿਸੇ ਨੂੰ ਘੱਟ। ਸੋ ਇਸ ਕਰਕੇ ਇਹ ਜਿਹੜਾ ਬਿਨਾਂ ਸੋਚੇ ਸਮਝੇ ਫੈਸਲਾ, ਔਰ ਆੜਤੀਆਂ ਦਾ ਇਹ ਗੱਲ ਜਾਇਜ਼ ਹੈ। ਇੱਕ ਇਦੋਂ ਅੱਗੇ ਹੋਰ ਪੰਗਾ ਪੈਣਾ ਹੈ ਆੜਤੀਆਂ ਤੋਂ। ਜਿਹੜਾ ਕਿਸਾਨ ਹੈ ਉਹ, ਇਹ ਸੁਖਵਿੰਦਰ ਜੀ ਨਾ, ਹਮੇਸ਼ਾ ਕੋਈ ਕੰਮ ਗੁੱਡਵਿਲ ਨਾਲ ਚੱਲਦਾ ਹੈ। ਜੇ ਕੱਲ ਨੂੰ ਕਿਸੇ ਚੈਨਲ ਦੀ ਇਹ ਗੁੱਡਵਿਲ ਹੋ ਜਾਵੇ ਤਾਂ ਖਰਾਬ ਕਰਦਾ। ਗੋਦੀ ਮੀਡੀਆ ਦਾ ਹੋਰ ਬੇਇੱਜ਼ਤੀ ਕਿਉਂ ਹੋ ਰਹੀ ਹੈ ਵੀ ਜੇ ਠੀਕ ਗੱਲ ਨਹੀਂ ਕਰਦੀ, ਹਾਲਾਂਕਿ ਉਹ ਕੰਮ ਤਾਂ ਬਹੁਤ ਕਰਦਾ। ਤੇ ਜੇ ਗੁੱਡਵਿਲ ਖਤਮ ਹੋ ਜੇ, ਉਦੋਂ ਸਮਾਜ ਚੱਲਦੇ ਨਹੀਂ ਹੁੰਦੇ। ਅੱਜ ਆੜਤੀਏ ਤੇ ਕਿਸਾਨ ਦੀ ਇੱਕ ਗੁੱਡਵਿਲ ਹੈ, ਉਹ ਜਾਂਦਾ, ਉਹਦਾ ਬੱਚਾ ਜਾਂਦਾ, ਕਹਿੰਦਾ ਜੀ ਮੈਂ ਫੀਸ ਭਰਨੀ ਆ, ਉਹ ਕਹਿੰਦਾ ਕੋਈ ਨਹੀਂ ਆਪਣੇ ਆੜਤੀਏ ਤੋਂ ਪੈਸੇ ਲਾਈਏ। ਉਹ ਜਵਾਕ ਜਾਂਦਾ, ਕਹਿੰਦਾ ਜੀ ਉਹ ਬਾਪੂ ਨੇ ਕਿਹਾ ਸੀ, ਕਹਿੰਦਾ ਹਾਂ ਕੋਈ ਨਹੀਂ ਲੈ ਜਾ, ਉਹ ਦਰਜ ਕਰ ਦਿੰਦਾ। ਹਸਪਤਾਲ 'ਚ ਕੋਈ ਬਿਮਾਰ ਹੈ, 1 ਲੱਖ ਪੈਸਿਆਂ ਦੀ ਲੋੜ ਪਈ, ਉਹ ਕਹਿੰਦਾ ਕੋਈ ਨਹੀਂ ਆੜਤੀਏ ਤੋਂ ਲੈ ਲਓ। ਹਾਂਜੀ, ਉਹਨੂੰ ਕਿਸੇ ਚੀਜ਼ ਦੀ ਲੋੜ ਪਈ, ਬਾਜ਼ਾਰ ਗਿਆ, ਉੱਥੇ ਸਮਾਨ ਉਹਨੂੰ 1 ਲੱਖ ਹੋ ਗਿਆ ਵੀ ਆਹ ਕੱਪੜੇ ਫੜ ਕੇ ਇਹ ਲੈਣੇ ਨੇ, ਉਹ ਉੱਥੋਂ ਲੈ ਲੈਂਦਾ ਪੈਸੇ। ਅੱਛਾ, ਆੜਤੀਏ ਨੂੰ ਵੀ ਪਤਾ ਵੀ ਇਹ ਫਸਲ ਮੇਰੇ ਕੋਲ ਆਉਣੀ ਹੈ, ਤੇ ਇਹਨੇ ਐਨ ਸੱਚੀ ਤਰ੍ਹਾਂ 1% ਵੀ ਆੜਤੀਆਂ ਦੇ ਤੇ ਕਿਸਾਨਾਂ ਦੇ ਝਗੜੇ ਨਹੀਂ ਪੈਂਦੇ ਲੈਣ ਦੇਣ ਦੇ। ਉਹਨਾਂ ਨੂੰ ਪਤਾ ਹੁੰਦਾ ਯਾਰ ਮੈਂ ਪੈਸੇ ਲਏ ਹੋਏ ਨੇ, ਫਸਲ ਵੇਚਤੀ, ਉਹਨੂੰ ਕਹਿੰਦਾ ਲਾਲਾ ਜੀ ਐਂ ਕਰੋ ਆਪਦੇ ਕੱਟ ਲਓ, ਬਾਕੀ ਮੈਨੂੰ ਦੇ ਦਿਓ। ਜਾਂ ਵੱਧ ਤੋਂ ਵੱਧ ਕੀ ਕਰਨੇ, ਆਪਸੇ ਸਮਝੌਤਾ ਕਰਨੇ ਵੀ ਯਾਰ ਐਤਕੀ ਨਾ ਐਂ ਕਰ, ਅੱਧੇ ਕੁ ਕੱਟ ਲੈ, ਅੱਧੇ ਕੁ ਅਗਲੀ ਫਸਲ ਤੇ ਲੈਣੀ। ਸੋ ਉਹਨਾਂ ਦਾ ਆਪਸ ਵਿੱਚ ਇੱਕ ਦੂਜੇ ਨਾਲ ਵਿਸ਼ਵਾਸ ਹੈ। ਉਸ ਵਿਸ਼ਵਾਸ, ਇਹ ਕੋਈ ਕਾਨੂੰਨ ਦੇ ਸਹਾਰੇ ਨਹੀਂ ਚੱਲ ਰਿਹਾ ਵਪਾਰ ਜਿਹੜਾ, ਇਹ ਵਿਸ਼ਵਾਸ ਦੇ ਸਹਾਰੇ ਚੱਲ ਰਿਹਾ ਹੈ। ਕਿ ਆੜਤੀਏ ਨੂੰ ਪਤਾ ਹੈ ਵੀ ਇਹ ਕਿਸਾਨ ਨੇ ਭੱਜਣਾ ਨਹੀਂ ਕਿਤੇ, ਤੇ ਕਿਸਾਨ ਨੂੰ ਪਤਾ ਹੈ ਕਿ ਮੈਨੂੰ ਇਹਦੇ ਬਿਨਾਂ ਸਰਨਾ ਨਹੀਂ ਹੈ, ਮੈਨੂੰ ਲੋੜ ਪੈਣੀ ਹੈ, ਤੇ ਮੈਂ ਇਹਦੇ ਦੇਣੀ ਦੇਣੇ ਨੇ ਕਿਉਂਕਿ ਮੈਂ ਲਏ ਨੇ। ਸੋ ਇਹ ਵਿਸ਼ਵਾਸ ਜਿਹੜਾ ਲੋਕਾਂ ਦਾ, ਕਿਉਂਕਿ ਬੀਜੇਪੀ ਲੋਕਾਂ ਨੂੰ ਲੜਾ ਕੇ ਰਾਜ ਕਰਨਾ ਚਾਹੁੰਦੀ ਹੈ, ਲੋਕਾਂ ਦਾ ਇੱਕ ਦੂਜੇ ਤੋਂ ਵਿਸ਼ਵਾਸ ਖਤਮ ਕਰਨਾ ਚਾਹੁੰਦੀ ਹੈ। ਫਿਰ ਖਾਸ ਕਰਕੇ ਜਿਹੜੇ ਆੜਤੀਏ ਨੇ, ਚਲੋ ਪੰਜਾਬ 'ਚ ਹੁਣ ਸਰਦਾਰ ਵੀ ਨੇ, ਬਹੁਤੇ ਆੜਤੀਏ ਤਾਂ ਹਿੰਦੂ ਕਮਿਊਨਿਟੀ ਦੇ ਨੇ, ਤੇ ਜਿਹੜਾ ਕਿਸਾਨ ਉਹ ਬਹੁਤਾ ਸਿੱਖ ਕਮਿਊਨਿਟੀ ਦਾ, ਜੇ ਗਿਣਤੀ ਦੇ ਤੌਰ ਤੇ ਦੇਖੀਏ, ਉਹਦਾ ਵੀ ਇੱਕ ਪ੍ਰੋਬਲਮ ਆਏਗੀ। ਇਸ ਤੋਂ ਅੱਗੇ ਇੱਕ ਹੋਰ ਵੱਡੀ ਪ੍ਰੋਬਲਮ ਆਏਗੀ ਜਿਹੜੀ ਇਹ ਜਮੇ ਨਹੀਂ ਲੈਂਦੇ। ਮੰਨ ਲਓ ਮੈਂ ਦਲਿਤਾਂ, ਮੈਂ ਸੀਰੀ ਰਲਿਆ ਹੋਇਆ, ਮੇਰੇ ਹਿੱਸੇ ਕਣਕ ਆ ਗਈ, ਜਿਹੜੀ ਕਣਕ ਮੈਨੂੰ ਉਨੀ ਲੋੜ ਨਹੀਂ ਖਾਣ ਦੀ, ਮੇਰੇ 2 ਜੀ ਨੇ 3, ਮੈਂ ਉਹ ਵੇਚਣੀ ਹੈ, ਮੈਂ ਕਿਹਦੇ ਨਾਂ ਤੇ ਵੇਚੂੰਗਾ?
ਬਿਲਕੁਲ 33% ਆਬਾਦੀ ਪੰਜਾਬ ਦੀ, 32% ਆਬਾਦੀ ਦਲਿਤ ਆਬਾਦੀ ਹੈ, ਜਿਹ ਚੋਂ ਪਿੰਡਾਂ 'ਚ ਜਿਹੜੀ ਆਬਾਦੀ ਹੈ ਦਲਿਤਾਂ ਦੀ ਉਹ 37% ਹੈ। ਉਹਨਾਂ ਜੀ ਕੋਲ ਤਾਂ ਜ਼ਮੀਨ ਹੈ ਨਹੀਂ ਬਹੁਤਿਆਂ ਕੋਲੇ। ਬਿਲਕੁਲ ਪੰਜਾਬ ਦੇ 95-96% ਦਲਿਤ ਉਹ ਨੇ ਜਿਨ੍ਹਾਂ ਕੋਲ ਕੋਈ ਜ਼ਮੀਨ ਦਾ ਟੁਕੜਾ ਨਹੀਂ ਹੈ, ਜੀ ਜੀ ਪਰ ਉਹ ਖੇਤੀ ਦੇ ਵਿੱਚੋਂ ਤਾਂ ਉਹਨਾਂ ਨੂੰ ਹਿੱਸਾ ਆਉਂਦਾ ਹੈ ਫਸਲ ਦਾ। ਬਿਲकुल ਉਹ ਕਿਵੇਂ ਵੇਚਣਗੇ ਫਸਲ, ਉਹਦੇ ਕਿਹੜੇ ਖਾਤੇ ਪੈਸੇ ਜਾਣਗੇ? ਸੋ ਇਸ ਕਰਕੇ ਦਲਿਤਾਂ ਨੂੰ ਖਰਾਬ ਕਰਤਾ, ਠੇਕੇ ਤੇ ਖੇਤੀ ਲੈਣ ਵਾਲਿਆਂ ਨੂੰ ਖਰਾਬ ਕਰਤਾ, ਠੇਕੇ ਤੇ ਆਪਦੀ ਜ਼ਮੀਨ ਦੇਣ ਵਾਲਿਆਂ ਨੂੰ ਖਰਾਬ ਕਰਤਾ, ਕਿਉਂਕਿ ਉਹਨੂੰ ਲਾਲਚ ਪੈ ਜਾਊਗਾ ਵੀ ਉਧਰੋਂ ਵੀ ਪੈਸੇ ਹੈਗੇ ਉਧਰੋਂ ਵੀ ਆ ਗਏ। ਕਿਸਾਨ ਨੂੰ ਅਗਲੀ ਫਸਲ ਬੀਜਣ ਤੋਂ ਆਰੀ ਕਰਤਾ, ਆੜਤੀਏ ਨਾਲ ਉਹਦਾ ਝਗੜਾ ਪਵਾਤਾ, ਪਿੰਡੂ ਤੇ ਸ਼ਹਿਰੀ ਦਾ ਝਗੜਾ ਪਵਾਤਾ, ਹਿੰਦੂ ਸਿੱਖ ਦਾ ਪਵਾਤਾ। ਇਸ ਤੋਂ ਵੱਡਾ ਸਮਾਜ ਦਾ ਨੁਕਸਾਨ ਕੀ ਕਰੇਗੀ ਸਰਕਾਰ? ਸੋ ਇਸ ਕਰਕੇ ਡਾਕਟਰ ਸਾਹਿਬ ਇਹ मतलब कि ਇਹ ਯਕੀਨਨ ਮੰਨ ਲਿਆ ਜਾਵੇ ਕਿ ਸਾਲ ਬਾਅਦ ਵੀ ਨਹੀਂ ਕਾਨੂੰਨ ਇਹ ਲਾਗੂ ਹੋਣੇ ਚਾਹੀਦੇ। ਮਾਫ ਕਰਨਾ, ਜਿਹੜਾ ਸਿੱਧੀ ਅਦਾਇਗੀ ਦੀ ਗੱਲ ਹੈ ਇਹ ਸਾਲ ਬਾਅਦ ਵੀ ਨਹੀਂ ਲਾਗੂ ਹੋਣੀ ਚਾਹੀਦੀ। ਨਾ, ਨਹੀਂ ਹੋਣੀ ਚਾਹੀਦੀ। ਇਹ मतलब ਸਿੱਧੀ ਅਦਾਇਗੀ ਕਾਹਦੇ ਵਾਸਤੇ ਕਰਨਾ ਚਾਹੁੰਦੇ? ਮੈਨੂੰ ਤਾਂ ਇਹ ਗੱਲ ਦੀ ਤੁਸੀਂ ਦੱਸੋ ਵੀ ਤੁਸੀਂ ਸਿੱਧੀ ਅਦਾਇਗੀ ਕਾਹਦੇ ਵਾਸਤੇ ਕਰਨਾ ਚਾਹੁੰਦੇ ਹੋ? ਡਿਫਾਈਨ ਕਰੋ ਵੀ ਅਸੀਂ ਕਹਿੰਦੇ ਆ ਕਾਨੂੰਨ ਦੇ ਵਿੱਚ, ਮੈਂ ਕਾਨੂੰਨ ਬਣਾਉਂਦਾ ਰਿਹਾ ਸਰਕਾਰ ਦੇ, ਉਹ ਕਹਿੰਦੇ ਨੇ ਵੀ ਇਹਦਾ ਨੈਕਸਸ ਕੀ ਹੈ ਤੁਹਾਡੇ ਆਈਡੀਆ ਨਾਲ, ਵੀ ਜਿਹੜਾ ਤੁਸੀਂ ਕਾਨੂੰਨ ਬਣਾਉਣੇ ਹੋ ਇਹ ਬਣਾਇਆ ਕਿਉਂ ਹੈ? ਇਹਦਾ ਕੋਈ ਕਾਰਨ ਹੋਣਾ ਨਾ ਪਿੱਛੇ। ਇਹ ਦੱਸ ਦੇਣਾ ਵੀ ਸਿੱਧੀ ਅਦਾਇਗੀ ਦੇ ਨਾਲ ਸਾਡੇ ਅਰਥਚਾਰੇ ਨੂੰ, ਸਾਡੇ ਪ੍ਰਸ਼ਾਸਨ ਨੂੰ, ਸਾਡੇ ਕਿਸਾਨਾਂ ਨੂੰ, ਸਾਡੇ ਸਰਕਾਰ ਦੇ ਟੈਕਸ ਨੂੰ ਆਹ ਫਾਇਦਾ ਹੋਏਗਾ। ਫਿਰ ਤਾਂ ਆਪਾਂ ਮੰਨ ਲੈਂਦੇ ਹਾਂ ਜਾਂ ਝਗੜੇ ਘਟਣਗੇ। ਸਾਨੂੰ 20 ਵਾਰੀ ਪੁੱਛਿਆ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇੱਕ ਲਾਈਨ 'ਚ ਉਦਾਹਰਨ ਦਿੰਦਾ। ਅਸੀਂ ਇੱਥੇ NIRE ਸੀਟਾਂ ਇੰਟਰੋਡਿਊਸ ਕਰੀਆਂ ਪੰਜਾਬ ਦੇ ਵਿੱਚ ਮੈਡੀਕਲ ਕਾਲਜਾਂ 'ਚ। ਬੜਾ ਰਿਟ ਹੋਈ ਜੀ, ਐ ਨਹੀਂ ਕਰ ਸਕਦੇ, ਫਲਾਣਾ ਨਹੀਂ ਕਰ ਸਕਦੇ। ਹਾਈ ਕੋਰਟ 'ਚ ਮੈਨੂੰ ਵਕੀਲ ਕਹਿੰਦੇ ਕੀ ਕਰੀਏ? ਮੈਂ ਕਿਹਾ ਜੀ ਤੁਸੀਂ ਬਿਆਨ ਦਿਓ, ਆਹ ਦੇਖੋ ਅਸੀਂ ਸੋਚ ਸਮਝ ਕੇ ਕਰਿਆ, ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਕਿ ਅਸੀਂ ਹੋਰ ਖਰਚਾ ਕਰ ਸਕੀਏ। ਅਸੀਂ ਸੋਚਿਆ ਇੰਨੀਆਂ ਕੁ ਸੀਟਾਂ ਵੇਚ ਦਿਓ ਤੇ ਉਹ ਵੇਚ ਕੇ ਅਸੀਂ ਗੁਜ਼ਾਰਾ ਚਲਾਉਣਾ, ਨਹੀਂ ਤਾਂ ਮੈਡੀਕਲ ਕਾਲਜ ਸਾਡੇ ਡੁੱਬ ਜਾਣਗੇ। ਉਹ ਮੈਨੂੰ ਵਕੀਲ ਕਹਿਣਗੇ ਇਹਦਾ ਕੀ ਮਤਲਬ? ਮੈਂ ਕਿਹਾ ਜੀ ਮਤਲਬ ਕਿਉਂ ਨਹੀਂ? ਇੱਕ ਜੱਟ ਦੇ ਕੋਠੇ ਵਰਗੀ ਧੀ ਬੈਠੀ ਹੈ ਵਿਆਹੁਣ ਵਾਲੀ, 100 ਕਿੱਲੇ ਉਹਦੇ ਕੋਲ ਜ਼ਮੀਨ ਹੈ। ਇੱਕ ਤਰੀਕਾ ਉਹ ਸਾਰੀ ਜ਼ਮੀਨ ਗਹਿਣੇ ਰੱਖ ਦੇ, ਦੂਜਾ ਤਰੀਕਾ ਕੁੜੀ ਦਾ ਵਿਆਹ ਨਾ ਕਰੇ, ਤੀਜਾ ਤਰੀਕਾ ਉਹ ਕਹਿੰਦਾ ਯਾਰ ਮੈਂ 10 ਕਿੱਲੇ ਵੇਚੂੰਗਾ, ਮੈਂ ਤਾਂ ਆਪਦੀ ਕੁੜੀ ਦਾ ਵਿਆਹ ਕਰਨਾ, ਉਹਦੀ ਜ਼ਮੀਨ ਉਹ ਵੇਚ ਕੇ ਵਿਆਹ ਕਰ ਸਕਦਾ। ਸੋ ਅਸੀਂ ਫੈਸਲਾ ਕਰ ਲਿਆ ਵੀ ਅਸੀਂ 30 ਸੀਟਾਂ ਵੇਚਾਂਗੇ, ਇੰਨੇ ਰੇਟ ਤੇ ਵੇਚਾਂਗੇ, ਐਨ ਓਪਨ ਬੋਲੀ ਤੇ। ਉਹ ਹਾਈ ਕੋਰਟ 'ਚ ਜਦ ਲੱਗਿਆ ਡਿਵੀਜ਼ਨ ਬੈਂਚ ਦੇ, ਉਹਨੇ ਉਹ ਵਕੀਲ ਨੇ ਮੇਰੀ ਗੱਲ ਮੰਨ ਲਈ, ਕਹਿਤਾ ਤੇ ਉਹ ਫਾਈਲ ਕਹਿੰਦੇ ਦਿਖਾਓ, ਫਾਈਲ ਦੇਖੀ। ਉਹਨੂੰ ਦੂਜੀ ਪਾਰਟੀ ਨੂੰ ਕਹਿੰਦੇ ਮਿਸਟਰ ਸਰਕਾਰ ਨੇ ਸੋਚ ਸਮਝ ਕੇ ਫੈਸਲਾ ਲਿਆ ਹੈ, ਤੂੰ ਕੀ ਕਾਹਦੇ ਵਾਸਤੇ ਰਿਟ ਪਾਈ ਜਾਂਦਾ? ਉੱਪਰ ਤੱਕ ਮੁੱਖ ਮੰਤਰੀ ਤੱਕ ਫਾਈਲ ਗਈ ਹੈ, ਮੁੜ ਕੇ ਆਈ ਹੈ, ਹਰ ਇੱਕ ਨੇ ਆਪਣਾ ਆਪਣਾ ਨੋਟ ਦਿੱਤਾ ਹੋਇਆ ਹੈ। ਇਹ ਐਵੇਂ ਬਿਨਾਂ ਸੋਚੇ ਸਮਝੇ ਫੈਸਲੇ। ਸੋ ਸਰਕਾਰਾਂ 'ਚ ਫੈਸਲੇ ਸੋਚ ਸਮਝ ਕੇ ਲੈਣੇ ਹੁੰਦੇ ਨੇ, ਰਿਕਾਰਡ ਕਰਨਾ ਹੁੰਦਾ ਹੈ, ਔਰ ਉਸ ਫੈਸਲੇ ਦਾ ਕੋਈ ਮਤਲਬ ਹੁੰਦਾ ਹੈ। ਸਾਨੂੰ ਦੱਸਣਾ ਪੈਂਦਾ ਹੈ ਵੀ ਇਹ ਫੈਸਲਾ ਅਸੀਂ ਕਿਉਂ ਲਿਆ ਹੈ। ਐਂ ਨਹੀਂ ਵੀ ਕਿਉਂਕਿ ਮੇਰੇ ਕੋਲ ਤਾਕਤ ਹੈ ਮੈਂ ਲੈ ਲਿਆ, ਨੋ। ਅਸੀਂ ਦੱਸਣਾ ਹੁੰਦਾ ਅਦਾਲਤਾਂ ਨੂੰ ਵੀ, ਲੋਕਾਂ ਨੂੰ ਵੀ, ਮਹਿਕਮੇ ਨੂੰ ਵੀ, ਇਹ ਫੈਸਲਾ ਇਹਨਾਂ ਕਾਰਨਾਂ ਕਰਕੇ ਪਿਆ ਔਰ ਫਿਰ ਜੋ ਨੁਕਸ ਪੈ ਗਏ। ਹਿੱਤ ਦੇ ਵਿੱਚ ਵੀ ਹੋਣਾ ਚਾਹੀਦਾ, ਲੋਕ ਹਿੱਤ ਹੋਣਾ ਬਹੁਤ ਜ਼ਰੂਰੀ ਹੈ। ਸਟੇਟ ਦੇ ਹਿੱਤ ਤੇ ਲੋਕ ਹਿੱਤ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ ਬਿਲਕੁਲ, ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਸ਼ੁਕਰੀਆ ਜੀ, ਬਹੁਤ ਬਹੁਤ। ਸੋ ਮੇਰੇ ਨਾਲ ਪੰਜਾਬਿਸਤਾਨ ਟੀਵੀ ਤੇ ਮੌਜੂਦ ਸਨ ਹੋਗੇ ਸਿਆਸੀ ਮਾਹਰ ਡਾਕਟਰ ਪਿਆਰਾ ਲਾਲ ਗਰਗ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਪੰਜਾਬਿਸਤਾਨ ਟੀਵੀ ਨੂੰ ਸਬਸਕ੍ਰਾਈਬ ਕਰੋ। ਇਜਾਜ਼ਤ ਦਿਓ, ਧੰਨਵਾਦ।